ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਦੋਹਰਾ। ਮਰਦਾਨਾ ਬਾਬੇ ਕਹੀ ਹੋਸ ਰਹੀ ਮਨ ਮਾਹੇ। ਔਰ ਸੈਲ ਹਮ ਬਹੁ ਕਰੇ ਕਾਬੋ ਦੇਖਿਓ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਹਨ ਨੇਤਾ ਪ੍ਰਤੀ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ 'ਚ ਇਕੱਤਰ ਹੋ ਕੇ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਪੰਥ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਕੁਝ ਚੋਣਵੇਂ ਪ੍ਰਸੰਗ, ਕੁਝ ਚੋਣਵੀਆਂ ਕਥਾਵਾਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਲਿਖ ਰਹੇ ਨੇ। ਸ਼ਹੀਦ ਰਾਏ ਸਿੰਘ ਦੇ ਪੁੱਤਰ ਹਨ ਤੇ ਸ਼ਹੀਦ ਮਤਾਬ ਸਿੰਘ ਦੇ ਪੋਤਰੇ ਹਨ। ਸ਼ਹੀਦਾਂ ਦੇ ਪਰਿਵਾਰ ਚੋਂ ਨੇ। ਭਾਈ ਸਾਹਿਬ
ਗੁਰੂ ਪੰਥ ਦਾ ਇਤਿਹਾਸ ਸਰਵਣ ਕਰਾਉਣ ਲੱਗੇ ਨੇ। ਪਰ ਗੁਰੂ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਦਾ ਕੁਝ ਜ਼ਿਕਰ ਕਰਨਾ ਜ਼ਰੂਰੀ ਹੈ। ਸਤਿਗੁਰੂ ਜੀ ਨੇ ਉਦਾਸੀਆਂ ਕੀਤੀਆਂ ਨੇ, ਉਦਾਸੀਆਂ ਦੇ ਦੌਰਾਨ ਕਲਯੁਗ ਨਾਲ ਭੇਟ ਹੋਈ ਹੈ। ਕਲਯੁਗ ਦੇ ਨਾਲ ਵਾਰਤਾਲਾਪ ਦਾ ਜਿਹੜਾ ਵਿਸਥਾਰ ਹੈ ਉਹ ਜਨਮ ਸਾਖੀਆਂ 'ਚ ਮਿਲਦਾ। ਆਪਣੇ ਨੇੜੇ ਸੰਗਰੂਰ ਸ਼ਹਿਰ ਦੇ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਨਾਨਕਿਆਣਾ ਸਾਹਿਬ, ਗੁਰਦੁਆਰਾ ਨਾਨਕਿਆਣਾ ਸਾਹਿਬ। ਇੱਥੇ ਵੀ ਇਹੀ ਇਤਿਹਾਸ ਹੈ ਕਿ ਕਲਯੁਗ ਨਾਲ ਸਤਿਗੁਰਾਂ ਨਾਲ ਮਿਲਣੀ ਹੋਈ ਹੈ, ਭੇਟ ਹੋਈ। ਬਹੁਤ ਸਾਰੇ ਜੀਵਾਂ ਦਾ ਸਤਿਗੁਰੂ ਜੀ ਨੇ ਉਧਾਰ ਕੀਤਾ, ਅਨੇਕਾਂ ਸਿੱਧਾਂ ਨੂੰ, ਪੀਰਾਂ ਨੂੰ, ਜਿਹੜੇ ਮਾਰਗ ਤੋਂ ਖੁੰਝੇ ਹੋਏ, ਭੁੱਲੇ ਹੋਏ ਸਨ, ਉਹਨਾਂ ਨੂੰ ਸਤਿਗੁਰਾਂ ਨੇ ਮਾਰਗ ਤੇ ਪਾਇਆ। ਸਤਿਗੁਰੂ ਜੀ ਆਏ ਇਸ ਕਰਕੇ ਨੇ ਭੁੱਲਿਆਂ ਨੂੰ ਮਾਰਗ ਪਾਉਣ ਲਈ। ਗੁਰੂ ਬਾਬਾ ਜੀ ਭਾਈ ਮਰਦਾਨਾ ਜੀ ਦੇ ਸਮੇਤ, ਭਾਈ ਬਾਲਾ ਜੀ ਦੇ ਸਮੇਤ ਭਰਮਣ ਕਰ ਰਹੇ ਨੇ। ਪੱਛਮ ਵਾਲੇ ਪਾਸੇ ਮਹਾਰਾਜ ਜੀ ਨੇ ਜਿਵੇਂ ਉਦਾਸੀ ਕੀਤੀ ਹੈ, ਫਿਰ ਉੱਤਰ ਵਾਲੇ ਪਾਸੇ ਉਦਾਸੀ ਕੀਤੀ ਹੈ। ਉਹਦਾ ਜ਼ਿਕਰ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਰ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਬਾਬਾ ਜੀ ਦੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਚਰਨ ਕਮਲਾਂ ਨਾਲ ਜੋੜੀਏ ਔਰ ਜਗਤ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਰਦਾਨ ਬਾਬੇ ਕਹੀ, ਹੋਸ ਰਹੀ ਮਨ ਮਾਹੇ। ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਘਰ ਦੇ ਉਹ ਮਹਾਨ ਸੇਵਕ ਨੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰ ਘਰ ਦਾ ਪਹਿਲੇ ਰਬਾਬੀ ਕੀਰਤਨੀਏ ਹੋਣ ਦਾ ਮਾਣ ਪ੍ਰਾਪਤ ਹੈ। ਔਰ ਇਹ ਮਾਣ ਪ੍ਰਾਪਤ ਹੈ ਕਿ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦੇ ਲੇਖੇ ਲਾਈ, ਅੰਤਲਾ ਸਮਾਂ ਵੀ ਗੁਰੂ ਨਾਨਕ ਸਨਮੁਖ ਗੁਰਦੇਵ ਦੀ ਗੋਦ ਵਿੱਚ ਬਤੀਤ ਕੀਤਾ। ਐਸੇ ਮਹਾਨ ਗੁਰਸਿੱਖ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਗੁਰੂ ਬਾਬਾ ਜੀ ਨੂੰ, ਧੰਨ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਮੇਰੇ ਮਨ ਵਿੱਚ ਇੱਕ ਇੱਛਾ ਰਹਿ ਗਈ। ਹੋਸ਼ ਦਾ ਮਤਲਬ ਹੁੰਦਾ ਇੱਛਾ, ਕਿ ਮੇਰੇ ਹਿਰਦੇ ਦੇ ਵਿੱਚ ਇੱਕ ਇੱਛਾ ਰਹਿ ਗਈ ਹੈ। ਔਰ ਸੈਲ ਹਮ ਬਹੁ ਕਰੇ, ਕਾਬੋ ਦੇਖਿਓ ਨਾਹੀ। ਮਹਾਰਾਜ ਜੀ ਹੋਰ ਮੈਂ ਬਹੁਤ ਥਾਵਾਂ ਤੇ ਸੈਰ ਕਰ ਲਈ ਤੁਹਾਡੇ ਨਾਲ, ਉਹ ਜਗਨਨਾਥਪੁਰੀ ਤਾਈਂ, ਇੱਧਰ ਅਸਾਮ ਤੱਕ, ਬੰਗਾਲ ਤੱਕ, ਢਾਕੇ ਤੱਕ। ਮਹਾਰਾਜ ਜੀ ਆਪ ਜੀ ਨਾਲ ਬਹੁਤ ਥਾਵਾਂ ਤੇ ਭਰਮਣ ਕੀਤਾ, ਬੜੀ ਸੈਲ ਕਰ ਲਈ ਹੈ। ਸਾਡੇ ਇਸਲਾਮ ਧਰਮ ਦੇ ਵਿੱਚ, ਕਿਉਂਕਿ ਭਾਈ ਮਰਦਾਨਾ ਜੀ ਦਾ ਪਿਛੋਕੜ ਮੁਸਲਮਾਨ ਧਰਮ ਨਾਲ ਸੰਬੰਧਿਤ ਸੀ, ਮਹਾਰਾਜ ਜੀ ਮੱਕੇ ਦੀ ਪਵਿੱਤਰਤਾ ਕਹੀ ਜਾਂਦੀ ਹੈ। ਉੱਥੇ ਕਾਬਾ ਹੈ, ਖੁਦਾ ਦਾ ਘਰ ਮੰਨਿਆ ਜਾਂਦਾ ਹੈ। ਇਸਲਾਮ ਧਰਮ ਦੇ ਜਿਤਨੇ ਲੋਕ ਨੇ ਅੱਜ ਵੀ ਉਹ ਲਹਿੰਦੇ ਵਾਲੇ ਪਾਸੇ, ਮੱਕੇ ਵਾਲੇ ਪਾਸੇ ਮੁਖ ਕਰਕੇ ਨਮਾਜ਼ ਪੜ੍ਹਦੇ ਨੇ, ਸਜਦਾ ਕਰਦੇ ਨੇ। ਮਹਾਰਾਜ ਜੀ ਮੈਂ ਕਦੇ ਮੱਕਾ ਨਹੀਂ ਵੇਖਿਆ ਜਿੱਥੇ ਇੰਨੀਆਂ ਥਾਵਾਂ ਤੇ ਤੁਸੀਂ ਮੈਨੂੰ ਲੈ ਕੇ ਗਏ ਹੋ। ਬਹੁਤ ਥਾਵਾਂ ਤੇ ਮੈਂ ਭਰਮਣ ਕੀਤਾ ਤੁਹਾਡੀ ਕਿਰਪਾ ਨਾਲ। ਮਹਾਰਾਜ ਜੀ ਮੱਕਾ ਵੇਖਣ ਦੀ ਇੱਛਾ ਵੀ ਹੈ ਮੇਰੇ ਮਨ ਵਿੱਚ ਕਿ ਉੱਥੇ ਜੋ ਕਾਬਾ ਹੈ, ਖੁਦਾ ਦਾ ਘਰ, ਉਹ ਮੈਂ ਜਾ ਕੇ ਵੇਖਾਂ। ਚੌਪਈ ਤੋ ਬਾਬੋ ਜੀ ਉਸ ਫਰਮਾਇਓ। ਤੋ ਗੁਰੂ ਬਾਬਾ ਜੀ ਉਸ ਵੇਲੇ ਬੋਲੇ, ਜਦੋਂ ਭਾਈ ਮਰਦਾਨੇ ਨੇ ਆਪਣੀ ਇੱਛਾ ਜ਼ਾਹਰ ਕੀਤੀ, ਤੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਤੈ ਹਮ ਕਿਮਨ ਹੈ ਅਗੇ ਬਤਾਇਓ। ਮਹਾਰਾਜ ਜੀ ਕਹਿਣ ਲੱਗੇ, ਮਰਦਾਨਾ ਜੀ ਇਹ ਗੱਲ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸੀ? ਜੇ ਤੁਹਾਡੇ ਮਨ 'ਚ ਇੱਛਾ ਸੀ ਤੇ ਪਹਿਲਾਂ ਦੱਸ ਦਿੰਦੇ।
ਇੱਛਾ ਸਾਡੇ ਅੰਦਰ ਪਹਿਲਾਂ ਸਾਡੇ ਕੋਲ ਪ੍ਰਗਟ ਕਰ ਦਿੰਦੇ। ਜਬ ਕਹਿ ਤੋ ਤਬ ਦੇਤ ਦਿਖਾਈ। ਮੱਕੀ ਜਾਣਾ ਸੀ, ਜਦੋਂ ਕਹਿੰਦੇ ਤੈਨੂੰ ਵਿਖਾ ਲਿਆਉਣਾ ਸੀ। ਮਹਾਰਾਜ ਜੀ ਕਹਿੰਦੇ ਕਿਹੜਾ ਕੋਈ ਔਖਾ ਉੱਥੇ ਤਾਈਂ ਜਾਣਾ। ਮਰਦਾਨਾ ਜੀ, ਜੇ ਤੁਸੀਂ ਆਪਣੀ ਇੱਛਾ ਇਹ ਸਾਡੇ ਅੱਗੇ ਪਹਿਲਾਂ ਪ੍ਰਗਟ ਕਰ ਦਿੰਦੇ, ਜਦੋਂ ਕਹਿੰਦੇ ਅਸੀਂ ਤੁਹਾਨੂੰ ਉਦੋਂ ਹੀ ਲੈ ਚੱਲਦੇ। ਕੈਸੀ ਥੀ ਇਹ ਦੇਰ ਲਗਾਈ। ਇਹ ਤੁਸੀਂ ਇੰਨੀ ਦੇਰ ਕਾਹਨੂੰ ਲਾ ਦਿੱਤੀ? ਮਨ 'ਚ ਇੱਛਾ ਰੱਖੀ ਸੀ ਤੇ ਪਹਿਲਾਂ ਹੀ ਪ੍ਰਗਟ ਕਰ ਦਿੰਦੇ। ਆਪਣੀ ਇਸ ਇੱਛਾ ਨੂੰ ਪ੍ਰਗਟ ਕਰਨ ਵੇਲੇ ਤੁਸੀਂ ਇੰਨੀ ਦੇਰੀ ਕਿਉਂ ਲਾਈ? ਤਬ ਸਤ ਗੁਰ ਅੱਖੀ ਮਿਟਵਾਏ। ਮਹਾਰਾਜ ਜੀ ਕਹਿੰਦੇ ਮਰਦਾਨੇ ਅੱਖਾਂ ਮੀਚ ਚੱਲੀਏ ਫਿਰ ਮੱਕੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਭਾਈ ਗੁਰਦਾਸ ਜੀ ਵੀ ਲਿਖਦੇ ਅੱਖੀ ਮੀਟ ਚੱਲਿਆ ਹਵਾਈ। ਮਹਾਰਾਜ ਜੀ ਕਹਿੰਦੇ ਫਿਰ ਅੱਖਾਂ ਮੀਟ ਮਰਦਾਨਿਆਂ ਚੱਲੀਏ ਫਿਰ ਮੱਕੇ। ਹਾਂ, ਜਾਏ ਖੁਲਾਇਓ ਹਜ ਕਾਬੇ ਥਾਏ। ਕਹਿੰਦੇ ਅੱਖਾਂ ਮੀਟੀਆਂ ਤੇ ਅੱਖ ਦੇ ਫੋਰ ਮਾਤਰ ਚ ਮਹਾਰਾਜ ਜੀ ਜਦੋਂ ਪਹੁੰਚੇ ਤੇ ਕਹਿੰਦੇ ਮਰਦਾਨਾ ਜੀ ਖੋਲੋ ਅੱਖਾਂ। ਜਦੋਂ ਅੱਖਾਂ ਖੋਲੀਆਂ ਤੇ ਮਹਾਰਾਜ ਜੀ ਮੱਕੇ ਸ਼ਹਿਰ ਚ ਪਹੁੰਚੇ ਹੋਏ। ਸਾਹਮਣੇ ਮੱਕੇ ਸ਼ਹਿਰ ਦੇ ਵਿੱਚ ਕਾਬਾ ਹੈ, ਖੁਦਾ ਦਾ ਘਰ ਕਿਹਾ ਜਾਣ ਵਾਲਾ ਉਹ ਅਸਥਾਨ ਵੇਖਿਆ। ਪ੍ਰਥਮੈ ਜਾਰਤ ਰੋਜੇ ਕਰਵਾਈ। ਮਹਾਰਾਜ ਜੀ ਨੇ ਪਹਿਲਾਂ ਚਾਰੇ ਪਾਸੇ ਉਹਦੀ ਯਾਤਰਾ ਕਰਾਈ, ਫਰਾ ਕੇ ਨਾ ਮੱਕੇ ਦੇ ਆਲੇ ਦੁਆਲੇ ਵਿਖਾਇਆ ਸ਼ਹਿਰ ਸਾਰਾ। ਮਹਾਰਾਜ ਜੀ ਨੇ ਉੱਥੇ ਜਿਹੜੇ ਰੋਜ਼ੇ ਵਗੈਰਾ ਕਰਦੇ ਆ ਉਹ ਵਿਖਾਏ। ਪਾਛੈ ਹੋਰ ਹੈ ਜਗ੍ਹਾ ਦਿਖਾਈ। ਫਿਰ ਹੋਰ ਵੀ ਕੁਝ ਜਿਹੜੀਆਂ ਜਗ੍ਹਾਵਾਂ ਸਨ ਉੱਥੇ ਮੱਕੇ ਸ਼ਹਿਰ ਦੇ ਵਿੱਚ ਪਵਿੱਤਰ ਮੰਨੀਆਂ ਜਾਣ ਵਾਲੀਆਂ, ਉਹ ਥਾਵਾਂ ਮਹਾਰਾਜ ਜੀ ਨੇ ਵਿਖਾਈਆਂ। ਬਾਬੇ ਡੇਰਾ ਵੱਲ ਪਿਛਲੇ ਕੀਓ। ਕਾਬੇ ਦੇ ਪਿਛਲੇ ਪਾਸੇ ਜਾ ਕੇ ਸਤਿਗੁਰਾਂ ਨੇ ਡੇਰਾ ਕੀਤਾ। ਹੁਤਿਓ ਰਾਹ ਜੋ ਮੁੰਦਿਓ ਥੀਓ। ਜਿਹੜਾ ਪਿਛਲੇ ਪਾਸੇ ਰਸਤਾ ਸੀ ਕਾਬੇ ਦੇ, ਉਹਦਾ ਜਿਹੜਾ ਦਰਵਾਜ਼ਾ ਸੀ ਉਹ ਬੰਦ ਸੀ, ਉਹਨੂੰ ਤਾਲਾ ਲੱਗਾ ਹੋਇਆ ਸੀ। ਇਤ ਖਾਤਰ ਥੋ ਧਰਿਓ ਮੁੰਦਾਹੇ। ਉਹਦੇ ਬਾਰੇ ਮਾਨਿਅਤਾ ਸੀ, ਉਹਨਾਂ ਦੀ ਧਾਰਨਾ ਸੀ ਕਿ ਜਿਹੜਾ ਪਿਛਲੇ ਪਾਸੇ ਦਰਵਾਜ਼ੇ ਨੂੰ ਤਾਲਾ ਲੱਗਾ, ਵੱਡਾ ਤਾਲਾ ਬੜਾ ਪੁਰਾਣਾ ਲੱਗਾ ਹੋਇਆ, ਆਵੇ ਪੀਰ ਖੁੱਲੇ ਆਪੇ ਜਾਏ। ਕਿ ਜਦੋਂ ਕੋਈ ਮਹਾਨ ਪੀਰ ਇੱਥੇ ਆਉਣਗੇ, ਉਹਨਾਂ ਦੇ ਆਉਣ ਤੇ ਇਹ ਤਾਲਾ ਆਪਣੇ ਆਪ ਖੁੱਲ ਜਾਏਗਾ। ਇਹ ਕੋਈ ਮਾਨਿਅਤਾ ਭਾਈ ਰਤਨ ਸਿੰਘ ਹੋਣਾ ਦੀ ਕੋਈ ਆਪਣੀ ਖੋਜ ਦੇ ਮੁਤਾਬਕ ਉਹ ਲਿਖ ਰਹੇ ਨੇ, ਜਿੱਥੋਂ ਉਹਨਾਂ ਨੇ ਪਤਾ ਕੀਤਾ। ਕਹਿੰਦੇ ਪਿਛਲੇ ਪਾਸੇ ਕੋਈ ਦਰਵਾਜ਼ਾ ਸੀ ਅੰਦਰ ਜਾਣ ਦਾ, ਉਹਨੂੰ ਤਾਲਾ ਲੱਗਾ ਹੋਇਆ ਸੀ ਵੱਡਾ। ਉਹਦੇ ਲਈ ਇਹ ਧਾਰਨਾ ਬਣਾਈ ਹੋਈ ਸੀ ਕਿ ਜਦੋਂ ਕੋਈ ਮਹਾਨ ਪੀਰ ਇੱਥੇ ਆਵੇਗਾ ਤਾਂ ਇਹ ਤਾਲਾ ਆਪਣੇ ਆਪ ਖੁੱਲ ਜਾਵੇਗਾ। ਐਸੀ ਭਈ ਤਹਾਂ ਗੁਰ ਕਲਾ। ਕਹਿੰਦੇ ਜਦੋਂ ਸਤਿਗੁਰੂ ਜੀ ਉੱਥੇ ਗਏ ਤੇ ਮਹਾਰਾਜ ਜੀ ਦੀ ਕਲਾ ਵਰਤੀ, ਸਤਿਗੁਰੂ ਜੀ ਦੀ ਸੁਤੇ ਕਲਾ ਵਰਤੀ। ਇੱਥੇ ਕਰਾਮਾਤ ਵਿਖਾਈ ਨਹੀਂ, ਇੱਕ ਕਰਾਮਾਤ ਵਿਖਾਣੀ ਹੁੰਦੀ ਹੈ, ਇੱਕ ਸੁਤੇ ਵਰਤਣੀ ਹੁੰਦੀ ਹੈ। ਗੁਰੂ ਸਾਹਿਬ ਦੀ ਜਿਹੜੀ ਕਲਾ ਉਹ ਸੁਤੇ ਵਰਤਦੀ ਹੈ, ਤੋ ਸੁਤੇ ਹੀ ਮਹਾਰਾਜ ਜੀ ਦੀ ਕਲਾ ਵਰਤੀ। ਬਿਨ ਕੁੰਜੀ ਸੋ ਖੁੱਲ ਪਇਓ ਗਲਾ। ਕਹਿੰਦੇ ਬਿਨਾਂ ਚਾਬੀ ਤੂੰ ਉਹ ਤਾਲਾ, ਗਲਾ ਦਾ ਮਤਲਬ ਹੁੰਦਾ ਤਾਲਾ, ਉਹ ਜਿਹੜਾ ਤਾਲਾ ਲੱਗਾ ਸੀ ਵਾਹਵਾ ਮੋਟਾ ਭਾਰਾ, ਕਹਿੰਦੇ ਬਿਨਾਂ ਚਾਬੀ ਤੋਂ ਆਪਣੇ ਆਪ ਹੀ ਖੁੱਲ ਗਿਆ। ਜਦੋਂ ਗੁਰੂ ਬਾਬਾ ਜੀ ਉੱਥੇ ਪਹੁੰਚੇ, ਪਿਛਲੇ ਪਾਸੇ ਮਹਾਰਾਜ ਜੀ ਨੇ ਡੇਰਾ ਕਰ ਲਿਆ, ਆਸਣ ਲਾ ਲਿਆ, ਤੇ ਕਹਿੰਦੇ ਬਿਨਾਂ ਚਾਬੀ ਤੂੰ ਉਹ ਤਾਲਾ ਆਪਣੇ ਆਪ ਖੁੱਲ ਗਿਆ। ਐਸੇ ਅਚੰਬਾ ਲਖਿਓ ਮੁਜਾਵਰ। ਉੱਥੇ ਜਿਹੜੇ ਮੁਜਾਵਰ ਸਨ, ਉੱਥੇ ਸੇਵਾ ਸੰਭਾਲ ਕਰਨ ਵਾਲੇ, ਉਹਨਾਂ ਨੇ ਜਦੋਂ ਇਹੋ ਜੀ ਹੈਰਾਨੀ ਵਾਲੀ ਖੇਡ ਵੇਖੀ ਕਿ ਤਾਲਾ ਆਪਣੇ ਆਪ ਖੁੱਲਿਆ, ਜਾਣਿਓ ਪੀਰ ਇਹਾਂ ਕੋਈ ਆਵਰ। ਉਹਨਾਂ ਨੂੰ ਹੁਣ ਇਹ ਨਹੀਂ ਸੀ ਪਤਾ ਵੀ ਗੁਰੂ ਨਾਨਕ ਸਾਹਿਬ ਦੇ ਆਉਣ ਕਰਕੇ ਖੁੱਲਾ, ਕਿਉਂਕਿ ਉੱਥੇ ਤਾਂ ਹੋਰ ਵੀ ਬਹੁਤ ਯਾਤਰੂ ਆਏ ਹੋਏ ਸੀ, ਸੈਂਕੜਿਆਂ ਦੀ ਭੀੜ ਸੀ ਉੱਥੇ। ਉਹਨਾਂ ਨੇ ਇਹ ਗੱਲ ਜਾਣੀ ਵੀ ਜਾਪਦਾ ਕੋਈ ਨਾ ਕੋਈ ਪੀਰ ਆਇਆ ਹੈ ਇੱਥੇ, ਕਿਉਂਕਿ ਉਹਨਾਂ ਦੀ ਮਾਨਿਅਤਾ ਸੀ ਵੀ ਪੀਰ ਆਵੇਗਾ ਤੇ ਆਪਣੇ ਆਪ ਤਾਲਾ ਖੁੱਲੇਗਾ। ਉਹਨਾਂ ਨੇ ਹੁਣ ਇਹ ਸੋਚਿਆ, ਮੁਜ਼ਾਵਰਾਂ ਨੇ ਜਿਹੜੇ ਉੱਥੇ ਸੰਭਾਲ ਕਰਨ ਵਾਲੇ ਸਨ, ਯਾਤਰਾ ਕਰਨ ਵਾਲੇ, ਕਿ ਕੋਈ ਨਾ ਕੋਈ ਮਹਾਂਪੁਰਸ਼ ਪੀਰ ਇੱਥੇ ਆਇਆ ਹੈ। ਦੋਹਰਾ ਪ੍ਰਥਮ ਮੁਜਾਵਰ ਸਮਝਿਓ ਹੋ ਗਵਲੀ ਆਇਓ ਕੋਈ। ਮੁਜਾਵਰਾਂ ਨੇ ਪਹਿਲਾਂ ਤਾਂ ਇਹ ਗੱਲ ਸਮਝੀ ਵੀ ਕੋਈ ਨਾ ਕੋਈ ਵਲੀ ਹੋਵੇਗਾ,
ਕੋਈ ਨਾ ਕੋਈ ਔਲੀਆ ਆਇਆ ਹੋਵੇਗਾ। यहाँ ते खुल्यो मजबूत दर ढूंढ देखिए सोए। ਜਿਹਦੇ ਆਉਣ ਕਰਕੇ ਇਹ ਦਰਵਾਜ਼ੇ ਦਾ ਤਾਲਾ ਖੁੱਲਾ ਜੋ ਬੜਾ ਪੱਕਾ ਸੀ, ਦਰਵਾਜ਼ਾ ਵੀ ਖੁੱਲ ਰਿਹਾ ਹੈ। ਕਹਿੰਦੇ ਇਹਦਾ ਇਹ ਸਬੂਤ ਹੈ, ਇਹ ਪ੍ਰਮਾਣ ਹੈ ਕਿ ਕੋਈ ਨਾ ਕੋਈ ਵਲੀ ਪੁਰਸ਼ ਆਇਆ, ਉਹਦੀ ਭਾਲ ਕਰਨੀ ਚਾਹੀਦੀ ਹੈ ਕੌਣ ਹੈ, ਕਿਉਂਕਿ ਸੈਂਕੜੇ ਲੋਕ ਆਏ ਸਨ ਉੱਥੇ। ਕਹਿੰਦੇ ਲੱਭਣਾ ਚਾਹੀਦਾ ਹੈ, ਭਾਲ ਕਰਨੀ ਚਾਹੀਦੀ ਹੈ ਕਿ ਐਸਾ ਕਿਹੜਾ ਵਲੀ ਆਇਆ ਹੈ ਜਿਸ ਦੇ ਆਉਣ ਨਾਲੇ ਤਾਲਾ ਖੁੱਲਾ ਹੈ। ਚੌਪਈ ਕਰ ਤਲਾਸ਼ ਉਨ ਵਲੀ ਨ ਪਾਇਆ। ਉਹ ਹੁਣ ਭਾਲ ਕਰਨ ਲੱਗੇ। ਗੁਰੂ ਬਾਬਾ ਜੀ ਆਪਣੇ ਆਪ ਨਹੀਂ ਬੋਲੇ, ਸਤਿਗੁਰੂ ਜੀ ਤਾਂ ਸੁਤੇ ਸਿੱਧ ਆਏ ਨੇ, ਪਹੁੰਚੇ ਨੇ ਉੱਥੇ, ਤੇ ਉੱਥੇ ਆਲੇ ਦੁਆਲੇ ਉਹ ਲੱਭਣ ਲੱਗੇ, ਭਾਲ ਕਰਨ ਲੱਗੇ, ਪਰ ਉਹ ਕੋਈ ਵਲੀ ਪੁਰਸ਼ ਉਹਨਾਂ ਨੂੰ ਨਜ਼ਰ ਨਹੀਂ ਆਇਆ। ਕਿਨੇ ਨਾ ਖੋਲੇ ਹੱਥ ਸਭ ਹਨ ਲਾਇਆ। ਉਹ ਕਹਿੰਦੇ ਵੀ ਏਦਾਂ ਕਰੋ ਵੀ ਆ ਕੇ ਸਾਰੇ ਜਣੇ ਆਪਣਾ ਆਪਣਾ ਹੱਥ ਲਾਓ ਦਰਵਾਜ਼ੇ ਨੂੰ, ਵੀ ਜਿਹਦੇ ਹੱਥ ਲੱਗਿਆ ਦਰਵਾਜ਼ਾ ਖੁੱਲੇਗਾ ਤੇ ਅਸੀਂ ਸਮਝ ਲਵਾਂਗੇ ਵੀ ਉਹੀ ਵਲੀ ਹੈ, ਕਿਉਂਕਿ ਦਰਵਾਜ਼ਾ ਹਾਲੇ ਬੰਦ ਸੀ, ਕੱਲਾ ਤਾਲਾ ਖੁੱਲਾ। ਉਹ ਕਹਿੰਦੇ ਜਿਹਦੇ ਹੱਥ ਲੱਗਣ ਨਾਲ ਦਰਵਾਜ਼ਾ ਖੁੱਲੇਗਾ ਅਸੀਂ ਮੰਨ ਲਵਾਂਗੇ ਵੀ ਉਹ ਵਲੀ ਹੈ। ਸਾਰੇ ਬੁਲਾਏ ਜਿੰਨੇ ਉੱਥੇ ਫਿਰਦੇ ਸੀ, ਕੱਲੇ ਕੱਲੇ ਦਾ ਹੱਥ ਲਵਾਉਂਦੇ ਆ, ਪਰ ਕਿਸੇ ਦੇ ਹੱਥ ਦੇ ਸਪਰਸ਼ ਨਾਲ ਉਹ ਦਰਵਾਜ਼ਾ ਨਹੀਂ ਖੁੱਲਿਆ। ਰਲ ਮਿਲ ਕੇ ਸਭ ਲਾਏ ਰਹੇ ਜੋਰ। ਰਲ ਮਿਲ ਕੇ ਸਾਰਿਆਂ ਨੇ ਆਪੋ ਆਪਣਾ ਤਾਣ ਲਾਇਆ। ਸਗਵਾਂ ਅੜ ਰਹੇ ਜੋ ਥੇ ਔਰ। ਕਹਿੰਦੇ ਵੇਖੋ ਖੇੜੇ ਵਰਤੀ ਵੀ ਇੱਕ ਖੋਲਣ ਦੀ ਬਜਾਏ ਦਰਵਾਜ਼ਾ ਜਿਹੜਾ ਪਿਛਲਾ ਖੋਲਣਾ ਸੀ ਦੂਜੇ ਵੀ ਬੰਦ ਹੋ ਗਏ ਸਾਰੇ। ਉਹ ਆਖਣ ਵੀ ਇਹ ਚੰਗੀ ਕਲਾ ਵਰਤੀ, ਉਹ ਤਾਂ ਕੀ ਖੁੱਲਣਾ ਸੀ ਜਿਹਦਾ ਤਾਲਾ ਖੁੱਲਾ, ਉਹ ਬਾਕੀ ਦੇ ਜਿਹੜੇ ਦਰਵਾਜ਼ੇ ਸਨ ਚਾਰੇ ਪਾਸੇ ਚਾਰ ਦੀਵਾਰੀ ਨੂੰ ਕੀਤੇ ਹੋਏ, ਕਹਿੰਦੇ ਉਹ ਵੀ ਬੰਦ ਹੋ ਗਏ। ਤਹਾਂ ਪ੍ਰਤਾਪ ਬਾਬੇ ਕੋ ਭਇਓ। ਉੱਥੇ ਗੁਰੂ ਬਾਬੇ ਦਾ ਪ੍ਰਤਾਪ ਪ੍ਰਗਟ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਪ੍ਰਗਟ ਹੋਇਆ। ਖੁੱਲੋ ਸੁਤੋ ਸੋ ਸਭ ਅੜਿਓ। ਜਿਹੜੇ ਦਰਵਾਜ਼ੇ ਖੁੱਲੇ ਹੋਏ ਸੀ ਉਹ ਵੀ ਸਾਰੇ ਅੜਾਏ, ਉਹਦਾ ਮਤਲਬ ਹੁੰਦਾ ਵੀ ਬੰਦ ਹੋ ਗਏ। ਉਹ ਜਿਹੜੇ ਖੁੱਲੇ ਦਰਵਾਜ਼ੇ ਸਨ ਉਹ ਵੀ ਸਾਰੇ ਬੰਦ ਹੋ ਗਏ। ਬਹੁਤ ਸੋਚ ਮੁਜਾਵਰਨ ਆਈ। ਮੁਜਾਵਰ ਜਿੰਨੇ ਸਨ ਉੱਥੇ ਸੇਵਾ ਕਰਨ ਵਾਲੇ ਜਾਂ ਉੱਥੇ ਜਿਹੜੇ ਯਾਤਰੂ ਆਏ ਹੋਏ ਸੀ, ਉਹ ਸਾਰੇ ਬੜੇ ਹੈਰਾਨ ਹੋ ਰਹੇ ਨੇ ਵੀ ਅਸਲੀ ਗੱਲ ਹੈ ਕਿ ਇਹ ਮਸਲਾ ਸਮਝ ਨਹੀਂ ਆ ਰਿਹਾ। ਇਹ ਤੋ ਬਾਤ ਭਈ ਅਬ ਨਹੀਂ। ਕਹਿੰਦੇ ਤਾਂ ਨਵੀਂ ਗੱਲ ਹੋ ਗਈ, ਅੱਜ ਤੋਂ ਪਹਿਲਾਂ ਕਦੇ ਐਸਾ ਨਹੀਂ ਵੇਖਿਆ। ਦੋਹਰਾ ਤਹਾ ਮੁਜਾਵਰਨ ਮਨ ਮਿਥੀ ਹਿੰਦੂ ਆਇਓ ਹੋਏ। ਹੁਣ ਜਿਹੜੇ ਉੱਥੇ ਮੁਜਾਵਰ ਸੀ ਉਹਨਾਂ ਨੇ ਮਨ ਦੇ ਵਿੱਚ ਮਿੱਥ ਲਈ ਕਿ ਜ਼ਰੂਰ ਕੋਈ ਨਾ ਕੋਈ ਹਿੰਦੂ ਇੱਥੇ ਆਇਆ ਹੁਣ। ਮਨ ਚ ਉਹਨਾਂ ਨੇ ਮਿੱਥ ਲਈ ਕਿ ਜ਼ਰੂਰ ਕੋਈ ਨਾ ਕੋਈ ਹਿੰਦੂ ਇੱਥੇ ਪਹੁੰਚਿਆ ਹੋਵੇਗਾ। ਜਾਵੇ ਪਤ ਗਵਾਏ ਹਮ ਜਾਦੂਗਰ ਕਰ ਕੋਏ। ਉਹਨੇ ਆ ਕੇ ਕੋਈ ਜਾਦੂ ਕੀਤਾ ਇੱਥੇ, ਉਹਨੇ ਆ ਕੇ ਕੋਈ ਆਪਣਾ ਟੂਣਾ ਕੀਤਾ ਤੇ ਹੁਣ ਉਹ ਆਪਣੀ ਪੱਤ ਗਵਾ ਕੇ ਜਾਏਗਾ। ਜਿਹੜਾ ਵੀ ਹੋਇਆ ਲੱਭੋ, ਉਹਦੀ ਭਾਲ ਕਰੋ। ਸਾਰੇ ਮੁਜਾਵਰ ਗੱਲਾਂ ਕਰਦੇ, ਮਿੱਥ ਲਈ ਉਹਨਾਂ ਨੇ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਬਾਬਾ ਜੀ ਤਾਂ ਆਪ ਪਾਰ ਬ੍ਰਹਮ ਪਰਮੇਸ਼ਰ ਨੇ, ਉਹ ਨਾ ਹਿੰਦੂ ਨੇ ਤੇ ਨਾ ਮੁਸਲਮਾਨ ਨੇ। ਪਰ ਹੁਣ ਇਹ ਤਾਂ ਬਾਕੀ ਹਿੰਦੂ ਮੁਸਲਮਾਨਾਂ ਤੋਂ ਇਲਾਵਾ ਸਭ ਨੂੰ ਹਿੰਦੂ ਹੀ ਕਹਿੰਦੇ ਆ, ਭਾਵੇਂ ਕੋਈ ਜੈਨੀ ਹੋਵੇ, ਭਾਵੇਂ ਕੋਈ ਬੋਧੀ ਹੋਵੇ। ਹੁਣ ਬੋਧੀ ਜੈਨੀ ਇਹ ਸਨਾਤਨ ਮਤ ਵਾਲੇ ਥੋੜੀ ਨੇ, ਹਿੰਦੂ ਥੋੜੀ ਨੇ। ਉਹਨਾਂ ਨੂੰ ਵੀ ਆਮ ਕਰਕੇ ਹਿੰਦੂ ਹੀ ਕਹਿ ਦਿੱਤਾ ਜਾਂਦਾ ਹੈ। ਹਾਲਾਂਕਿ ਉਹਨਾਂ ਦੀਆਂ ਰੋਹ ਰੀਤੀਆਂ ਸਨਾਤਨ ਧਰਮ ਨਾਲੋਂ ਬਿਲਕੁਲ ਵੱਖਰੀਆਂ ਨੇ। ਹੁਣ ਇਹ ਕਹਿਣ ਲੱਗੇ ਵੀ ਜ਼ਰੂਰ ਕੋਈ ਨਾ ਕੋਈ ਹਿੰਦੂ ਆਇਆ ਹੈ ਜਿਹਦੇ ਆਉਣ ਨਾਲ ਉਹਨੇ ਆਪਣੀ ਇੱਥੇ ਜਾਦੂ ਦੀ ਸ਼ਕਤੀ ਵਿਖਾਈ ਹੈ। ਹੁਣ ਉਹਨੂੰ ਆਪਣੀ ਇੱਜ਼ਤ ਗਵਾਣੀ ਪਵੇਗੀ। ਜਿਹੜਾ ਵੀ ਆਇਆ ਹੈ ਚੌਪਈ ਕਰੀ ਤਲਾਸ਼ ਤੋਂ ਬਾਬਾ ਦੇਖਾ। ਜਦੋਂ ਉਹਨਾਂ ਨੇ ਸਾਰੇ ਪਾਸੇ ਫਿਰ ਕੇ ਤਲਾਸ਼ ਕੀਤੀ ਤੇ ਗੁਰੂ ਬਾਬੇ ਨੂੰ ਵੇਖਿਆ, ਧੰਨ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਜੀ ਲੇਟੇ ਹੋਏ ਤੇ ਚਰਨ ਕਾਬੇ ਵਾਲੇ ਪਾਸੇ ਨੇ। ਹਾਂਜੀ, ਲਖਿਓ ਬਾਬਾ ਉਨ ਹਿੰਦੂ ਭੇਖਾ। ਉਹਨਾਂ ਵੇਖਿਆ ਵੀ ਇਹਦਾ ਜਿਹੜੇ ਤੌਰ ਤਰੀਕੇ ਨੇ, ਕਿਉਂਕਿ ਗੁਰਦੇਵ ਨੇ ਜਿਹੜਾ ਚੋਲਾ ਪਾਇਆ ਸੀ ਨਾ, ਉਹ ਵੀ ਬੜਾ ਅਜੀਬੋ ਗਰੀਬ ਸੀ। ਉੱਤੇ ਆਇਤਾਂ ਲਿਖੀਆਂ ਹੋਈਆਂ। ਉਹਨਾਂ ਆਖਿਆ ਵੀ ਇਹ ਬੰਦੇ ਦੇ ਕੋਲ ਜਿਹੜੀਆਂ ਰੋਹ ਰੀਤੀਆਂ ਦੇ ਮੁਤਾਬਕ ਇਹ ਸਰੀਰ ਇਹਦਾ ਨਜ਼ਰ ਆਉਂਦਾ ਹੈ,
ਇਹ ਮੁਸਲਮਾਨ ਨਹੀਂ ਹੋ ਸਕਦਾ, ਇਹੀ ਹਿੰਦੂ ਹੈ। ਹਾਂਜੀ, ਪੈਰ ਪਸਾਰ ਬਾਬਾ ਥੋ ਪਰਾ, ਸਤਿਗੁਰੂ ਜੀ ਚਰਨ ਪਸਾਰ ਕੇ ਪਏ ਹੋਏ ਸਨ ਕਾਬੇ ਵੱਲ। ਕਸੀਟ ਉਨ ਵੱਲ ਦੂਜੀ ਕਰਾ, ਤੇ ਜੀਵਨ ਨਾਮ ਦਾ ਇੱਕ ਹਾਜੀ ਉੱਥੇ ਆਇਆ ਹੋਇਆ ਸੀ। ਉਹਨੇ ਬੜੇ ਗੁੱਸੇ ਦੇ ਨਾਲ ਗੁਰੂ ਬਾਬੇ ਦੇ ਚਰਨ ਪਕੜ ਕੇ ਘਸੀਟੇ ਤੇ ਦੂਜੇ ਪਾਸੇ ਨੂੰ ਖਿੱਚ ਕੇ ਕੀਤੇ। ਉਸੀ ਵੱਲ ਦੇ ਦਰ ਖੁੱਲ ਗਏ, ਕਹਿੰਦੇ ਜਿੱਧਰ ਚਰਨ ਕੀਤੇ ਕਾਬਾ ਵੀ ਉਧਰ ਘੁੰਮ ਗਿਆ, ਤੇ ਜਿਹੜੇ ਦਰਵਾਜ਼ੇ ਬੰਦ ਸਨ ਜਿਸ ਪਾਸੇ ਦੇ, ਜਿੱਧਰ ਸਤਿਗੁਰਾਂ ਦੇ ਚਰਨ ਹੋਏ ਉਹ ਦਰਵਾਜ਼ੇ ਖੁੱਲ ਗਏ। ਸ੍ਰੀ ਅਕਾਲ। ਹਾਂਜੀ, ਬਾਬਾ ਨੇ ਕਾਰਿਓ ਸੋ ਅੜ ਰਹੇ, ਤੇ ਕਹਿੰਦੇ ਹੋਏ ਜਿਹੜੇ ਪਾਸਿਓਂ ਮਹਾਰਾਜ ਜੀ ਦੇ ਚਰਨਾਂ ਨੂੰ ਘੁਮਾ ਕੇ ਦੂਜੇ ਪਾਸੇ ਕੀਤਾ, ਉਧਰ ਦੇ ਦਰਵਾਜ਼ੇ ਬੰਦ, ਜਿੱਧਰ ਚਰਨ ਹੋਏ ਉਹ ਦਰਵਾਜ਼ੇ ਖੁੱਲ ਗਏ। ਦੇਖ ਮੁਜਾਵਰਨ ਲਾਗੀ ਆਗ, ਜਿੰਨੇ ਉਹ ਮੁਜਾਵਰ ਸੀ ਉਹਨਾਂ ਨੂੰ ਅੱਗ ਲੱਗ ਗਈ ਵੀ ਇਹ ਤਾਂ ਕੋਈ ਜਾਦੂਗਰ ਆਇਆ। ਪਰ ਉਹ ਇਹ ਨਹੀਂ ਸਨ ਜਾਣਦੇ ਵੀ ਇਹ ਤਾਂ ਗੁਰੂ ਪਾਤਸ਼ਾਹ ਜੀ ਦੀ ਸੁਤੇ ਕਲਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਕਿ ਜਿਸ ਵੇਲੇ ਮਹਾਰਾਜ ਜੀ ਦੇ ਚਰਨਾਂ ਤੋਂ ਪਕੜ ਕੇ ਘਸੀਟਿਆ ਨਾ, ਕਲਾ ਵਿਖਾਈ, ਪਾਤਸ਼ਾਹ ਜੀ ਦੀ ਕਲਾ ਸੁਤੇ ਵਰਤੀ, ਤੇ ਨਾਲ ਨਾਲ ਉਹ ਕਾਬਾ ਵੀ ਫਿਰ ਗਿਆ। ਜਦੋਂ ਕਾਬਾ ਫਿਰਿਆ ਤੇ ਫਿਰ ਸਭ ਦੇ ਮਨ ਵੀ ਫਿਰਨੇ ਸੁਭਾਵਿਕ ਸਨ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਇਹ ਕਲਾ ਵੇਖੀ ਵੀ ਦਰਵਾਜ਼ੇ ਜਿੱਧਰ ਚਰਨ ਘੁਮਾਏ ਨੇ ਉਧਰੋਂ ਖੁੱਲ ਗਏ ਨੇ, ਤੇ ਜਿੱਧਰੋਂ ਹਟਾਏ ਨੇ ਉਧਰ ਬੰਦ ਹੋ ਗਏ ਨੇ, ਉਹਨਾਂ ਨੂੰ ਵੇਖ ਕੇ ਮਨ 'ਚ ਗੁੱਸਾ ਵੀ ਆਇਆ ਵੀ ਇਹ ਕੋਈ ਜਾਦੂਗਰ ਹੈ ਜਿਹੜਾ ਟੂਣਾ ਕਰਕੇ ਜਾਦੂ ਵਿਖਾ ਰਿਹਾ ਹੈ। ਬਾਬੋ ਸੁਟਿਓ ਕੱਢ ਬਾਹਰ ਲਾਗ, ਉਹਨਾਂ ਸਤਿਗੁਰਾਂ ਨੂੰ ਉੱਥੋਂ ਉਠਾ ਕੇ ਨਾ ਜਿਹੜੀ ਹੱਦ ਸੀ ਕਾਬੇ ਦੀ ਚੁੱਕ ਕੇ ਮਹਾਰਾਜ ਜੀ ਨੂੰ ਬਾਹਰ ਸੱਟ ਆਏ, ਬਾਹਰਲੇ ਪਾਸੇ ਸੱਟ ਆਏ ਦਾ ਮਤਲਬ ਬਾਹਰ ਛੱਡ ਆਏ। ਦੋਹਰਾ ਤੋ ਦਰ ਸਭ ਹੀ ਮੁੰਦ ਪਏ ਰਹੇ, ਜੋਰ ਸਭ ਲਾਏ। ਜਦੋਂ ਬਾਹਰ ਲੈ ਕੇ ਗਏ, ਹੁਣ ਜਦੋਂ ਅੰਦਰ ਆਉਣ ਵਾਸਤੇ ਉਹਨਾਂ ਨੇ ਤਿਆਰੀ ਕੀਤੀ, ਬਾਹਰ ਮਹਾਰਾਜ ਜੀ ਨੂੰ ਛੱਡ ਕੇ ਅੰਦਰ ਆਉਣ ਲੱਗੇ, ਦਰਵਾਜ਼ੇ ਫਿਰ ਆਪਣੇ ਆਪ ਬੰਦ ਹੋ ਗਏ। ਸਤਿਗੁਰੂ ਜੀ ਦੇ ਚਰਨ ਹੋਣ ਤਾਂ ਖੁੱਲ ਜਾਣ ਦਰਵਾਜ਼ੇ। ਜਦੋਂ ਬਾਹਰ ਛੱਡ ਆਏ ਮਹਾਰਾਜ ਜੀ ਨੂੰ ਤੇ ਕਹਿੰਦੇ ਦਰਵਾਜ਼ੇ ਫਿਰ ਅੜ ਗਏ, ਬੰਦ ਹੋ ਗਏ। ਉਹ ਹਾਜੀ ਹੁਤੇ ਪੰਜਾਬ ਕੇ ਉਨ ਦਿਓ ਸਿਆਨ ਬਤਾਏ। ਉਹਨਾਂ ਵਿੱਚੋਂ ਇਧਰੋਂ ਕੁਝ ਉੱਚ ਦੇ ਇਲਾਕੇ ਦੇ ਹਾਜੀ ਸੀ, ਇਹ ਗੁਰੂ ਨਾਨਕ ਸਾਹਿਬ ਦੇ ਸੇਵਕ ਸੀ। ਇੱਕ ਜੀਵਨ ਨਾਮ ਦਾ ਹਾਜੀ ਸੀ, ਇੱਕ ਉੱਚ ਦੇ ਜਿਹੜੇ ਇਲਾਕੇ ਦੇ ਹਾਜੀ ਸੀ, ਉਹ ਗੁਰੂ ਸਾਹਿਬ ਦੇ ਬੜੇ ਸ਼ਰਧਾਲੂ ਸੀ। ਤਦੇ ਗੁਰੂ ਕਲਗੀਧਰ ਜੀ ਵੀ ਉੱਚ ਦੇ ਪੀਰ ਬਣੇ ਸੀ ਨਾ। ਇਹ ਕੇਸਾ ਧਾਰੀ ਹੁੰਦੇ ਆ, ਕੇ ਕਤਲ ਨਹੀਂ ਕਰਾਉਂਦੇ। ਤੋ ਉਹਨਾਂ ਨੇ ਮਹਾਰਾਜ ਜੀ ਦੀ ਸਿਆਣ ਕੀਤੀ, ਪਛਾਣ ਕੀਤੀ ਵੀ ਇਹ ਤਾਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ, ਇਹ ਤਾਂ ਆਪ ਸਵੈੰ ਖੁਦਾ ਦੀ ਪਾਕ ਮੂਰਤ ਹਨ। ਚੌਪਈ ਉਨੇ ਕਹਿਓ ਇਹ ਨਾਨਕ ਫਕੀਰ। ਉਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਦੱਸਿਆ, ਆਖਿਆ ਇਹ ਕੋਈ ਹਿੰਦੂ ਨਹੀਂ, ਇਹ ਕੋਈ ਨਾ ਮੁਸਲਮਾਨ ਨੇ, ਇਹ ਤਾਂ ਗੁਰੂ ਨਾਨਕ ਸਾਹਿਬ ਫਕੀਰ ਹਨ, ਇਹ ਤੇ ਪੀਰ ਗੁਰੂ ਨਾਨਕ ਹਨ। ਹਿੰਦੂ ਮੁਸਲਮਾਨ ਕੋ ਪੀਰ, ਇਹ ਹਿੰਦੂਆਂ ਦੇ ਵੀ ਪੀਰ ਨੇ ਤੇ ਮੁਸਲਮਾਨਾਂ ਦੇ ਵੀ ਪੀਰ ਨੇ। ਇਹ ਕਿਸੇ ਇੱਕ ਮਤ ਦੇ ਜਾਂ ਕਿਸੇ ਇੱਕ ਫਿਰਕੇ ਦੇ ਨਹੀਂ ਹਨ, ਇਹ ਹਿੰਦੂਆਂ ਦੇ ਵੀ ਪੀਰ ਨੇ, ਇਹ ਮੁਸਲਮਾਨਾਂ ਦੇ ਵੀ ਪੀਰ ਹਨ। ਇਸ ਤੁਰਕ ਹਿੰਦੂ ਹੈ ਇੱਕ ਸਜਾਨੇ। ਇਹਨਾਂ ਨੇ ਆਪਣੀ ਦ੍ਰਿਸ਼ਟੀ ਨਾਲ ਹਿੰਦੂਆਂ ਮੁਸਲਮਾਨਾਂ ਦੋਨਾਂ ਨੂੰ ਇੱਕ ਸਮਾਨ ਕਰਕੇ ਜਾਣਿਆ। ਇਹ ਕਹਿੰਦੇ ਸਾਰੀ ਪਰਮੇਸ਼ਰ ਨੇ, ਪਰਮੇਸ਼ਰ ਦੀ ਜਾਤ ਮਾਨਸ ਜਾਤ ਨੇ, ਇਹ ਸਾਰਿਆਂ ਨੂੰ ਇੱਕ ਸਮਾਨ ਕਰਕੇ ਵੇਖਣ ਵਾਲੇ ਜਾਣਨ ਵਾਲੇ ਨੇ। ਇਹ ਪੱਖਵਾਦ ਵਿੱਚ ਨਹੀਂ ਹਨ, ਇਹ ਦਾਅਵੇਦਾਰੀ ਵਿੱਚ ਨਹੀਂ ਹਨ। ਇਨ ਕਿਉ ਏਕ ਸਾਰ ਪਛਾਨੇ। ਇਹਨਾਂ ਨੇ ਤਾਂ ਸਾਰਿਆਂ ਨੂੰ ਇੱਕ ਸਾਰ ਪਛਾਣਿਆ, ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ, ਇਹ ਤਾਂ ਸਭ ਨੂੰ ਪਰਮੇਸ਼ਰ ਦੇ ਪੈਦਾ ਕੀਤੇ ਮਨੁੱਖ ਜਾਣਦੇ ਹਨ। ਹੱਕ ਨਾਮ ਇਨ ਸੱਚ ਦਿੜਾਇਆ। ਇਹਨਾਂ ਨੇ ਪਰਮੇਸ਼ਰ ਦਾ ਸੱਚਾ ਨਾਮ ਹੀ ਸਾਰੇ ਜਗਤ ਦੇ ਜੀਵਾਂ ਨੂੰ ਦ੍ਰਿੜ ਕਰਾਇਆ ਕਿ ਅਕਾਲ ਪੁਰਖ ਦਾ ਖੁਦਾ ਦਾ ਜਿਹੜਾ ਨਾਮ ਹੈ ਉਹ ਨਾਮ ਜਪੋ।
ਇਹ ਤਾਂ ਥਾਂ ਪਰ ਥਾਂ ਜਾ ਕੇ ਨਾਮ ਹੀ ਦ੍ਰਿੜ ਕਰਾਉਂਦੇ ਆ ਪਰਮੇਸ਼ਰ ਦਾ। ਇਨ ਰਾਹੇ ਸੱਚੇ ਹੈ ਜਗ ਲਾਇਆ। ਇਹਨਾਂ ਨੇ ਤਾਂ ਜਿਹੜੇ ਜਗਤ ਦੇ ਲੋਕ ਟੇਢਿਆਂ ਰਾਹਾਂ ਤੇ ਭੈੜਿਆਂ ਰਾਹਾਂ ਤੇ ਟੁਰੇ ਹੋਏ ਨੇ, ਉਹਨਾਂ ਨੂੰ ਹਟਾ ਕੇ ਮੋੜ ਕੇ ਸਿੱਧੇ ਰਾਹੇ ਪਾਇਆ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਉਜੜ ਜਾਂਦਿਆਂ ਨੂੰ ਰਾਹੇ ਪਾਉਣ ਆਏ ਹਨ। ਜਿਹੜੇ ਉਜਾੜ ਵੱਲ ਭੱਜੇ ਦੇ ਭਟਕਦੇ ਫਿਰਦੇ ਨੇ, ਉਹਨਾਂ ਨੂੰ ਰਾਹ ਪਾ ਕੇ ਸਿੱਧੇ ਰਸਤੇ ਤੇ ਚਲਾਉਣ ਆਏ ਹਨ। ਤੁਰਕ ਬੰਦਗੀ ਹਿੰਦੂ ਭਗਤ ਲਾਏ। ਇਹਨਾਂ ਨੇ ਤੁਰਕਾਂ ਨੂੰ ਪਰਮੇਸ਼ਰ ਦੀ ਖੁਦਾ ਦੀ ਬੰਦਗੀ ਔਰ ਹਿੰਦੂਆਂ ਨੂੰ ਪਰਮੇਸ਼ਰ ਦੀ ਭਗਤੀ ਵੱਲ ਲਾਇਆ। ਤੁਰਕਾਂ ਨੂੰ ਕਿਹਾ ਬੰਦਗੀ ਕਰੋ, ਤੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਕਿਹਾ ਭਗਤੀ ਕਿਉਂ, ਕਿਉਂਕਿ ਇਸਲਾਮੀ ਭਾਸ਼ਾ ਵਿੱਚ ਭਗਤੀ ਨੂੰ ਬੰਦਗੀ ਕਹਿੰਦੇ ਨੇ, ਤੇ ਇੱਧਰ ਦੀ ਭਾਸ਼ਾ ਦੇ ਵਿੱਚ ਬੰਦਗੀ ਨੂੰ ਭਗਤੀ ਕਹਿ ਦਿੰਦੇ। ਦੋਨਾਂ ਦਾ ਰੂਪ ਇੱਕੋ ਹੀ ਹੈ। ਮੁਸਲਮਾਨਾਂ ਨੂੰ ਕਿਹਾ ਵੀ ਬੰਦਗੀ ਕਰੋ ਖੁਦਾ ਦੀ, ਔਰ ਹਿੰਦੂਆਂ ਨੂੰ ਕਿਹਾ ਕਿ ਤੁਸੀਂ ਭਗਤੀ ਕਰੋ। ਕੁਫਰ ਹੰਕਾਰੋ ਦੋ ਹਟਾਏ। ਜਿਹੜੇ ਕੁਫਰ ਵਿੱਚ ਲੱਗੇ ਹੋਏ, ਝੂਠ ਵਿੱਚ ਤੇ ਹੰਕਾਰ ਵਿੱਚ, ਉਹ ਦੋਨਾਂ ਵਿੱਚੋਂ ਇਹਨਾਂ ਨੇ ਦੂਰ ਕੀਤੇ। ਜੇ ਕੋਈ ਹਿੰਦੂ ਮਿਲਿਆ ਤੇ ਉਹਨੂੰ ਕਿਹਾ ਕੁਫਰ ਛੱਡੋ, ਤੇ ਜੇ ਕੋਈ ਮੁਸਲਮਾਨ ਮਿਲਿਆ ਉਹਨੂੰ ਵੀ ਇਹਨਾਂ ਨੇ ਆਖਿਆ ਕੁਫਰ ਛੱਡੋ। ਹਾਂਜੀ, ਸੋਰਠਾ ਜਾਂ ਕੈ ਇਸ ਪਦ ਪਾਏ, ਅੜੇ ਦਰਵਾਜੇ ਨਹਿ ਖੁੱਲੇ। ਕਹਿੰਦੇ ਇਹਨਾਂ ਦੇ, ਕਿਉਂਕਿ ਤੁਸੀਂ ਇਹਨਾਂ ਦੀ ਪੱਤ ਨੂੰ ਹੱਥ ਪਾਇਆ, ਚਰਨਾਂ ਤੋਂ ਪਕੜ ਕੇ ਘਸੀਟਿਆ, ਬਾਹਰ ਇਹਨਾਂ ਨੂੰ ਚੁੱਕ ਕੇ ਸੁੱਟ ਕੇ ਆਏ ਹੋ, ਇਹਨਾਂ ਨੂੰ ਤੁਸੀਂ ਪੱਤ ਲਾਉਣ ਦਾ ਯਤਨ ਕੀਤਾ, ਇਸ ਕਰਕੇ ਦਰਵਾਜ਼ੇ ਅੜੇ ਨੇ। ਇਹਨਾਂ ਨੇ ਨਹੀਂ ਦਰਵਾਜ਼ੇ ਬੰਦ ਕੀਤੇ, ਤੁਸੀਂ ਇਹਨਾਂ ਦਾ ਨਿਰਾਦਰ ਕੀਤਾ, ਤਾਂ ਦਰਵਾਜ਼ੇ ਖੁਦਾ ਨੇ ਹੀ ਬੰਦ ਕਰ ਦਿੱਤੇ ਨੇ ਤੁਹਾਡੇ ਲਈ, ਕਿਉਂਕਿ ਇਹ ਤਾਂ ਆਪ ਖੁਦਾ ਹਨ। ਜੋ ਦੇਵੇ ਬਦ ਦੁਆਏ, ਕਿਆ ਜਾਣਾ ਕਿਛ ਹੋਰ ਹੋਏ। ਜਿਨ੍ਹਾਂ ਦੀ ਪੱਤ ਦੂਰ ਕਰਦਿਆਂ ਤੁਹਾਡੇ ਨਾਲ ਆ ਕੁਝ ਹੋ ਗਿਆ ਵੀ ਤੁਹਾਡੇ ਲਈ ਦਰਵਾਜ਼ੇ ਬੰਦ ਹੋ ਗਏ ਨੇ ਖੁਦਾ ਦੇ ਘਰ ਦੇ, ਤੇ ਹਿਸਾਬ ਲਾ ਲਓ ਵੀ ਜੇ ਕਿਤੇ ਤੁਹਾਨੂੰ ਇਹਨਾਂ ਨੇ ਬਦ ਦੁਆ ਦੇ ਦਿੱਤੀ ਤੇ ਤੁਹਾਡਾ ਕੀ ਬਣੇਗਾ। ਹਾਲੇ ਤਾਂ ਉਹਨਾਂ ਕੁਝ ਆਖਿਆ ਹੀ ਨਹੀਂ, ਕੁਝ ਬੋਲੇ ਹੀ ਨਹੀਂ, ਤੁਸੀਂ ਉਹਨਾਂ ਨੂੰ ਬੇਪਤ ਕੀਤਾ ਤੇ ਤੁਹਾਡੇ ਲਈ ਦਰਵਾਜ਼ੇ ਬੰਦ ਹੋ ਗਏ ਨੇ ਖੁਦਾ ਦੇ। ਤੇ ਜੇ ਕਿਤੇ ਇਹਨਾਂ ਨੇ ਤੁਹਾਨੂੰ ਬਦ ਦੁਆ ਦੇ ਦਿੱਤੀ ਤੇ ਫਿਰ ਕੀ ਹੋਵੇਗਾ ਤੁਹਾਡਾ, ਫਿਰ ਕੀ ਬਣੇਗਾ। ਤਬ ਉਨ ਕੀਓ ਵਿਚਾਰ, ਲਾਏ ਜੋਰ ਹਮ ਸਭ ਥਕੇ। ਹੁਣ ਫਿਰ ਇਹਨਾਂ ਨੇ ਆਪਣਾ ਪੂਰਾ ਤਾਣ ਲਾਇਆ, ਵਿਚਾਰ ਕੀਤੀ ਵੀ ਅਸੀਂ ਤਾਂ ਜ਼ੋਰ ਲਾ ਕੇ ਹਟ ਗਏ, ਦਰਵਾਜ਼ੇ ਖੁੱਲਦੇ ਨਹੀਂ ਸਾਡੇ ਕੋਲੋਂ। ਦਰਵਾਜ਼ੇ ਜਿਉਂ ਬੰਦ ਹੋਏ, ਕਹਿੰਦੇ ਅਸੀਂ ਆਪਣਾ ਤਾਣ ਲਾ ਹਟਿਆ, ਨਹੀਂ ਖੁੱਲਦੇ। ਖੁੱਲਿਓ ਨ ਕੋ ਕਿਵਾਰ, ਹਮਰੀ ਸ਼ੇਖੀ ਇਮ ਗਈ। ਕਹਿੰਦੇ ਸਾਡੇ ਕੋਲੋਂ ਕੋਈ ਕਿਵਾੜ, ਕੋਈ ਦਰਵਾਜ਼ਾ ਨਹੀਂ ਖੁੱਲਿਆ, ਜਿਹੜੀ ਸਾਡੀ ਸ਼ੇਖੀ ਮਾਰਦੇ ਸੀ ਅਸੀਂ, ਉਹ ਏਦਾਂ ਹੀ ਚਲੀ ਗਈ। ਚੌਪਈ ਇਮੈ ਮੁਜਾਵਰਨ ਮਤੋ ਮਤਾਇਓ। ਹੁਣ ਮੁਜਾਵਰਾਂ ਨੇ ਸਲਾਹ ਕੀਤੀ, ਆਪਸ ਵਿੱਚ ਮਤਾ ਪਕਾਇਆ। ਯਾਂ ਕੇ ਹੱਥ ਦਬਵਾ ਜਨ ਲਵਾਇਓ। ਕਹਿੰਦੇ ਇਹਨਾਂ ਦੇ ਹੱਥ ਲਵਾਈਏ ਦਰਵਾਜ਼ਿਆਂ ਨੂੰ, ਫਿਰ ਪਤਾ ਲੱਗ ਜਾਏਗਾ। ਲਾਇਤ ਖੁੱਲ ਦਰਵਾਜੋ ਆਏ। ਤੇ ਕਹਿੰਦੇ ਜੇ ਇਹਨਾਂ ਦੇ ਹੱਥ ਲਾਇਆ ਦਰਵਾਜ਼ੇ ਖੁੱਲ ਗਏ, ਤੋ ਇਹ ਪੀਰ ਮੁਰੀਦ ਹਮ ਭਏ। ਕਹਿੰਦੇ ਫਿਰ ਅਸੀਂ ਇਹਨਾਂ ਨੂੰ ਅੱਜ ਤੋਂ ਬਾਅਦ ਆਪਣਾ ਪੀਰ ਜਾਣਾਂਗੇ ਤੇ ਅਸੀਂ ਸਾਰੇ ਇਹਨਾਂ ਦੇ ਮੁਰੀਦ ਹੋ ਜਾਵਾਂਗੇ। ਇਹ ਸਾਡੇ ਪੀਰ ਹੋਣਗੇ ਔਰ ਅਸੀਂ ਇਹਨਾਂ ਦੇ ਮੁਰੀਦ ਹੋਵਾਂਗੇ। ਜੋ ਇਸ ਤੈ ਨਹਿ ਖੁੱਲੈ ਕਿਵਾਰ। ਤੇ ਜੇ ਇਹਨਾਂ ਦੇ ਹੱਥ ਨਾਲ ਦਰਵਾਜ਼ੇ ਨਾ ਖੁੱਲੇ, ਜੇ ਕਿਸੇ ਹੋਰ ਸ਼ਕਤੀ ਨਾਲ ਦਰਵਾਜ਼ੇ ਬੰਦ ਹੋਏ ਨੇ, ਇਹਨਾਂ ਦੇ ਹੱਥਾਂ ਨਾਲ ਦਰਵਾਜ਼ੇ ਨਾ ਖੁੱਲੇ, ਤੋ ਇਸ ਦੇ ਅਗ ਜਾਨੋ ਮਾਰ। ਤੇ ਫਿਰ ਅਸੀਂ ਇਹਨਾਂ ਦਾ ਕਤਲ ਕਰ ਦਿਆਂਗੇ, ਇਹਨਾਂ ਨੂੰ ਮਾਰ ਦਿਆਂਗੇ। ਹਾਂਜੀ, ਮੁਖ ਮੀਠਾ ਹੋਏ ਕਹਿਰ ਹੋ ਅਬ ਬਾਤ। ਕਹਿੰਦੇ ਹੁਣ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰੋ ਚੱਲ ਕੇ ਉਹਨਾਂ ਕੋਲ। ਸਤਿਗੁਰੂ ਜੀ ਦਾ ਆਸਣ ਬਾਹਰ ਲਵਾ ਦਿੱਤਾ ਸੀ ਨਾ। ਕਹਿੰਦੇ ਮਹਾਰਾਜ ਜੀ ਕੋਲ ਚੱਲ ਕੇ ਪਿਆਰ ਨਾਲ ਮਿੱਠੀ ਮਿੱਠੀ ਗੱਲ ਕਰੀਏ। ਅਬ ਦੇਖੋ ਇਸ ਯੋ ਕਰਾਮਾਤ। ਤੇ ਹੁਣ ਵੇਖੀਏ ਇਹਨਾਂ ਦੀ ਕਲਾ, ਕਿਉਂਕਿ ਇਸਲਾਮ ਧਰਮ ਦੇ ਵਿੱਚ ਇਹ ਉਹਨੂੰ ਪੈਗੰਬਰ ਮੰਨਦੇ ਨੇ, ਉਹਨੂੰ ਪੀਰ ਮੰਨਦੇ ਨੇ ਜਿਹਦੇ ਕੋਲ ਕਰਾਮਾਤ ਹੋਵੇ। ਇਸਲਾਮ ਧਰਮ 'ਚ ਉਹਨਾਂ ਦੀ ਬਕਾਇਦਾ ਨਿਸ਼ਾਨੀਆਂ ਲਿਖੀਆਂ ਹੋਈਆਂ ਵੀ ਪੀਰ ਦੀ ਜਾਂ ਪੈਗੰਬਰ ਦੀ ਜਿਹੜੀ ਨਿਸ਼ਾਨੀ ਕੀ ਹੈ। ਉਹ ਕਹਿੰਦੇ ਪੀਰ ਉਹ ਹੈ ਜਿਹਦੇ ਕੋਲ ਕਰਾਮਾਤ ਹੋਵੇ, ਜੋ ਕਰਾਮਾਤ ਵਿੱਚ ਕਾਮਲ ਹੋਵੇ। ਇਹ ਕਾਮਲ ਸ਼ਬਦ ਵਰਤਦੇ।
ਤੂੰ ਸੁਭਾਵਕ ਸੀ। ਗੁਰੂ ਸਾਹਿਬ ਦੀ ਜਦੋਂ ਕਲਾ ਵਰਤੀ ਤੇ ਮਹਾਰਾਜ ਜੀ ਨੂੰ ਇਹਨਾਂ ਨੇ ਕਮਲ ਜਾਣਿਆ, ਤਦੇ ਪੀਰ ਸਮਝ ਕੇ ਗੁਰੂ ਦੇ ਮੁਰੀਦ ਬਣੇ ਨਾ। ਅੱਜ ਕੱਲ ਕਈ ਵੀਰ ਕਹਿ ਦਿੰਦੇ ਆ ਵੀ ਕਰਾਮਾਤ ਨਹੀਂ। ਗੁਰੂ ਸਾਹਿਬ ਨੇ ਸੁਤੇ ਕਲਾ ਵਰਤੀ ਹੈ। ਜੇ ਉਹ ਨਾ ਵਰਤਦੀ ਤੇ ਕਦੇ ਵੀ ਸਤਿਗੁਰਾਂ ਨੂੰ ਪੀਰ ਨਾ ਮੰਨਦੇ। ਇਸਲਾਮ ਧਰਮ ਦੇ ਗ੍ਰੰਥਾਂ ਵਿੱਚ ਬਕਾਇਦਾ ਉਹਨਾਂ ਨੇ ਵੇਰਵਾ ਕੀਤਾ, ਹਦੀਸਾਂ ਮਿਲਦੀਆਂ ਨੇ ਇਹਨਾਂ ਦੀਆਂ, ਉਹਦੇ 'ਚ ਨਿਸ਼ਾਨੀਆਂ ਲਿਖੀਆਂ ਹਦੀਸਾਂ ਵਿੱਚ ਕਿ ਪੀਰ ਉਹ ਹੈ ਜਿਹਦੇ ਕੋਲ ਕਰਾਮਾਤ ਹੈ। ਬਕਾਇਦਾ ਦੂਜੇ ਨੂੰ ਪੀਰ ਮੰਨਦੇ ਹੀ ਨਹੀਂ। ਤਦੇ ਤੇ ਔਰੰਗਜ਼ੇਬ ਵੀ ਵੇਖਦਾ ਸੀ ਕਰਾਮਾਤਾਂ। ਬਾਬਰ ਵੀ ਕਹਿੰਦਾ ਸੀ ਸਾਰੇ ਫਕੀਰਾਂ ਨੂੰ ਫੜ ਕੇ ਵੀ ਕਰਾਮਾਤ ਵਿਖਾਓ, ਕਿਉਂਕਿ ਇਹਨਾਂ ਦੀ ਧਾਰਨਾ ਹੀ ਇਹ ਹੈ ਵੀ ਪੀਰ ਉਹ ਹੈ ਜਿਹਦੇ ਕੋਲ ਕਰਾਮਾਤ ਹੈ। ਹੁਣ ਜਿੰਨੇ ਮੁਸਲਮਾਨ ਵੀਰ ਨੇ ਗੁਰੂ ਨਾਨਕ ਸਾਹਿਬ ਨੂੰ ਪੀਰ ਕਹਿ ਕੇ ਸਜਦਾ ਕਰਦੇ। ਪੀਰ ਤਦੇ ਕਹਿੰਦੇ ਆ ਕਿਉਂਕਿ ਗੁਰਦੇਵ ਦੀ ਜ਼ਾਹਰ ਕਲਾ ਵਰਤੀ ਸੀ, ਤਦੇ ਹੀ ਪੀਰ ਕਹਿੰਦੇ ਆ। ਕਹਿਣ ਲੱਗੇ ਵੀ ਜੇ ਹੁਣ ਮਿੱਠੀ ਗੱਲ ਕਰੀਏ ਜਾ ਕੇ ਪਿਆਰ ਮੁਹੱਬਤ ਨਾਲ ਉਹਨਾਂ ਨਾਲ ਵੀ ਉਹਨਾਂ ਦੇ ਹੱਥ ਲੱਗ ਕੇ ਦਰਵਾਜ਼ੇ ਖੁੱਲ ਗਏ ਤਾਂ ਫਿਰ ਸਾਡੇ ਪੀਰ ਤੇ ਅਸੀਂ ਉਹਨਾਂ ਦੇ ਮੁਰੀਦ ਨਾ ਖੁੱਲੇ ਤੇ ਫਿਰ ਇੱਥੇ ਕਤਲ ਕਰਾਂਗੇ। ਹਾਂਜੀ, ਹੱਥ ਜੋੜ ਸੋ ਠਾਡੇ ਭਏ, ਆਏ ਸਤਿਗੁਰਾਂ ਦੇ ਕੋਲ ਹੱਥ ਜੋੜ ਕੇ ਖਲੋਤੇ। ਮਦ ਅਰਬੀ ਕੇ ਉਸ ਬਚ ਕਹੇ, ਅਰਬੀ ਭਾਸ਼ਾ ਦੇ ਵਿੱਚ ਬੋਲੇ। ਅਰਬੀ ਭਾਸ਼ਾ ਦੇ ਵਿੱਚ ਸ਼ਬਦ ਜਿਹੜੇ ਉਹ ਇਹਨਾਂ ਨੇ ਵਰਤੇ ਤੇ ਅਰਬੀ ਭਾਸ਼ਾ 'ਚ ਸਤਿਗੁਰਾਂ ਨਾਲ ਗੱਲ ਕਰਨ ਲੱਗੇ। ਉਸੀ ਜ਼ਬਾਨ ਗੁਰ ਉਤਰ ਦਏ। ਹੁਣ ਅਰਬੀ ਭਾਸ਼ਾ 'ਚ ਸਤਿਗੁਰਾਂ ਨੂੰ ਇਹਨਾਂ ਨੇ ਬੇਨਤੀ ਕੀਤੀ ਤੇ ਗੁਰੂ ਬਾਬੇ ਨੇ ਉਹਨਾਂ ਦੀ ਅਰਬੀ ਭਾਸ਼ਾ 'ਚ ਉਹਨਾਂ ਨੂੰ ਜਵਾਬ ਦਿੱਤੇ। ਇੱਥੇ ਕਿਹੜੀ ਭਾਸ਼ਾ ਸੀ ਜਿਹੜੀ ਮੇਰੇ ਸਾਹਿਬ ਨੂੰ ਨਾ ਆਉਂਦੀ ਹੋਵੇ? ਅਸਲ ਵਿੱਚ ਗੁਰੂ ਨਾਨਕ ਸਾਹਿਬ ਦੀ ਇੱਕੋ ਹੀ ਭਾਸ਼ਾ ਹੈ। ਜੇ ਕੋਈ ਪੁੱਛੇ ਨਾ ਵੀ ਗੁਰੂ ਬਾਬੇ ਦੀ ਭਾਸ਼ਾ ਕਿਹੜੀ ਹੈ, ਤਾਂ ਗੁਰੂ ਬਾਬੇ ਦੀ ਭਾਸ਼ਾ ਹੈ ਪ੍ਰੇਮ ਭਾਖਿਆ ਭਾਉ ਅਪਾਰ। ਮਹਾਰਾਜ ਜੀ ਦੀ ਭਾਸ਼ਾ ਪ੍ਰੇਮ ਹੈ। ਉਦਾਂ ਸਾਰੀਆਂ ਭਾਸ਼ਾਵਾਂ ਮੇਰੇ ਸਾਹਿਬ ਦੀਆਂ ਨੇ। ਹੁਣ ਕਿਹੜੀ ਇਹੋ ਜੀ ਭਾਸ਼ਾ ਜਿਹੜੀ ਗੁਰੂ ਬਾਬੇ ਨੂੰ ਨਹੀਂ ਆਉਂਦੀ ਤੇ ਜਿਹੜੇ ਬਾਲ ਰੂਪ ਦੇ ਵਿੱਚ ਹੀ ਨਨਕਾਣਾ ਸਾਹਿਬ ਦੇ ਵਿੱਚ ਮੌਲਵੀ ਨੂੰ ਕਹਿੰਦੇ ਆ ਯਕ ਅਰਜ਼ ਗੁਫਤਮ ਪੇਸ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ। ਉੱਥੇ ਫਾਰਸੀ ਚ ਉਪਦੇਸ਼ ਦਿੰਦੇ। ਇੱਥੇ ਮਹਾਰਾਜ ਜੀ ਨੇ ਅਰਬੀ ਭਾਸ਼ਾ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਤੇ ਸਤਿਗੁਰਾਂ ਨੇ ਅਰਬੀ ਭਾਸ਼ਾ 'ਚ ਇਹਨਾਂ ਨੂੰ ਜਵਾਬ ਦਿੱਤੇ। ਕਰ ਆਦਰ ਤੇ ਪਾਸ ਬਹੇ, ਪਰ ਮਹਾਰਾਜ ਜੀ ਦਾ ਬੜਾ ਆਦਰ ਕੀਤਾ ਇਹਨਾਂ ਨੇ। ਫਿਰ ਸਤਿਗੁਰਾਂ ਦੇ ਕੋਲ ਬੈਠ ਗਏ। ਹੱਥ ਜੋੜੇ ਉਨ ਬੇਨਤੀ ਕਈ, ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ ਖਤਾ ਬਖਸ਼ੋ ਜੋ ਹਮ ਤੈ ਭਈ। ਮਹਾਰਾਜ ਸਾਡੀ ਖਤਾ ਬਖਸ਼ ਦਿਓ ਜੋ ਅਸੀਂ ਕੀਤੀ, ਤੁਹਾਡਾ ਨਿਰਾਦਰ ਕੀਤਾ। ਚਰਨਾਂ ਤੋਂ ਪਕੜ ਕੇ ਘਸੀਟਿਆ, ਫਿਰ ਬਾਹਰ ਲਿਆ ਕੇ ਆਪ ਜੀ ਨੂੰ ਇੱਥੇ ਪਟਕਿਆ। ਮਹਾਰਾਜ ਸਾਡੇ ਕੋਲੋਂ ਇਹ ਗੁਨਾਹ ਹੋਇਆ, ਅਸੀਂ ਇਹ ਖਤਾ ਕੀਤੀ ਹੈ, ਮਹਾਰਾਜ ਕਿਰਪਾ ਕਰਕੇ ਸਾਡੀ ਖਤਾ ਬਖਸ਼ ਦਿਓ। ਤੁਮ ਹੱਥ ਲਾਏ ਕੇ ਵਾਰ ਖੁਲਾਵੋ, ਮਹਾਰਾਜ ਤੁਸੀਂ ਆਪਣੇ ਹੱਥਾਂ ਦਾ ਸਪਰਸ਼ ਕਰੋ ਤਾਂ ਜੋ ਇਹ ਦਰਵਾਜ਼ੇ ਖੁੱਲ ਜਾਣ। ਤੁਮ ਹਾਜੀਆਂ ਕੋ ਹਜ ਕਰਾਵੋ, ਮਹਾਰਾਜ ਜੇ ਹਾਜੀ ਆਏ ਨੇ ਦਰਵਾਜ਼ੇ ਨਾ ਖੁੱਲੇ ਤੇ ਇਹਨਾਂ ਦਾ ਹਜ ਨਹੀਂ ਹੋਣਾ। ਬੜੀ ਬੜੀ ਦੂਰੋਂ ਹਾਜੀ ਆਏ ਨੇ। ਮਹਾਰਾਜ ਜੀ ਕਿਰਪਾ ਕਰੋ, ਪੀਰ ਜੀ ਤੁਸੀਂ ਆਪਣੇ ਹੱਥ ਛੁਆਓ ਤਾਂ ਜੋ ਹਾਜੀ ਆਪਣਾ ਹਜ ਕਰ ਲੈਣ। ਦੋਹਰਾ ਤੋ ਸਤਿਗੁਰ ਜੀ ਯੋਂ ਕਹਿਓ ਮਰਦਾਨੇ ਬੋਲ ਸੁਨਾਏ। ਸਤਿਗੁਰੂ ਜੀ ਨੇ ਉਸ ਵੇਲੇ ਫਿਰ ਬਚਨ ਕਹੇ, ਮਰਦਾਨੇ ਨੂੰ ਕਹਿਣ ਲੱਗੇ ਉਠ ਤਿਨ ਦੀਨੇ ਖੋਲ ਦਰ ਆਇਸ ਬਾਬੇ ਪਾਏ। ਮਹਾਰਾਜ ਜੀ ਕਹਿੰਦੇ ਜਾਓ ਮਰਦਾਨਾ ਜੀ ਤੁਸੀਂ ਖੋਲੋ ਜਾ ਕੇ। ਪਾਤਸ਼ਾਹ ਅੰਦਰ ਨਹੀਂ ਗਏ, ਕਾਬੇ ਦੇ ਵਿੱਚ ਨਹੀਂ ਗਏ। ਐਸਾ ਇਤਿਹਾਸ ਵਿੱਚ ਜਨਮ ਸਾਖੀ ਚ ਆਇਆ ਹੈ। ਭਾਈ ਮਰਦਾਨਾ ਜੀ ਅੰਦਰ ਗਏ। ਸਤਿਗੁਰੂ ਜੀ ਤਾਂ ਦ੍ਰਿਸ਼ਟੀ ਅੰਦਰ ਜਾਣ ਨਾ ਜਾਣ ਉਹ ਤਾਂ ਜਾਣਦੇ ਨੇ ਕਿੱਥੇ ਕੀ ਹੈ। ਮਰਦਾਨੇ ਨੂੰ ਵੀ ਦੱਸ ਦਿੱਤਾ ਸੀ, ਮਰਦਾਨਿਆਂ ਕੀ ਕੀ ਵੇਖ ਕੇ ਆਇਆ ਅੰਦਰ, ਆ ਕੁਝ ਸੀ? ਕਹਿੰਦਾ ਹਾਂ ਮਹਾਰਾਜ। ਮਰਦਾਨੇ ਨੂੰ ਕਿਹਾ ਮਰਦਾਨਿਆਂ ਉੱਠ ਤੂੰ ਖੋਲ ਦਰਵਾਜ਼ੇ। ਭਾਈ ਮਰਦਾਨਾ ਜੀ ਨੇ 7 ਵਚਨ ਕਿਹਾ, ਜਿਹੜੇ ਦਰਵਾਜ਼ੇ ਇਹਨਾਂ ਕੋਲ ਜ਼ੋਰ ਲਾ ਕੇ ਹਟ ਗਏ ਅੜ ਗਏ ਨਹੀਂ ਖੁੱਲੇ, ਮਰਦਾਨੇ ਨੇ ਜਾ ਕੇ ਹੱਥ ਲਾਇਆ ਆਪਣੇ ਆਪ ਹੀ ਖੁੱਲਣੇ ਸ਼ੁਰੂ ਹੋ ਗਏ। ਹਾਂਜੀ। ਚੌਪਈ
ਇਮ ਮਰਦਾਨੈ ਮਦੀਨੇ ਦਿਖਾਇਓ। ਏਦਾਂ ਕਹਿੰਦੇ ਮੱਕਾ ਵਿਖਾਇਆ, ਫਿਰ ਮਦੀਨਾ, ਮਦੀਨੇ ਵੀ ਕਹਿੰਦੇ ਮਹਾਰਾਜ ਜੀ ਦੀ ਕਲਾ ਵਰਤੀ। ਉੱਥੇ ਮਹਾਰਾਜ ਜੀ ਦੀ ਕਲਾ ਜਿਹੜੀ ਉਹ ਵਰਤੀ ਤੇ ਭਾਈ ਮਰਦਾਨੇ ਨੂੰ ਮਹਾਰਾਜ ਜੀ ਨੇ ਮਦੀਨੇ ਦੀ ਯਾਤਰਾ ਵੀ ਕਰਾਈ। ਮਦੀਨੇ ਹਜ਼ਰਤ ਸਾਹਿਬ ਜੀ ਦੀ ਕਬਰ ਹੈ, ਮੱਕੇ ਦੇ ਵਿੱਚ ਕਾਬਾ ਹੈ, ਤੋ ਕਾਫੀ ਫਰਕ ਹੈ ਮੱਕੇ ਤੇ ਮਦੀਨਾ। ਉਹਦਾ ਮੱਕਾ ਮਦੀਨਾ ਆਪਾਂ ਇਕੱਠਾ ਕਹਿ ਦਿੰਦੇ ਆ। ਤੋ ਮਦੀਨੇ ਦੀ ਯਾਤਰਾ ਵੀ ਸਤਿਗੁਰਾਂ ਨੇ ਕਰਵਾਈ। ਫਿਰ ਉਸ ਤੈ ਗੁਰ ਅਗੈ ਸਦਾਇਓ। ਫਿਰ ਉੱਥੋਂ ਮਹਾਰਾਜ ਜੀ ਉਹਨਾਂ ਜੀਆਂ ਨੂੰ ਮੱਤ ਦੇ ਕੇ ਉੱਥੋਂ ਅੱਗੇ ਚੱਲ ਪਏ। ਹੋਰ ਬਹੁਤ ਸਾਰੇ ਜੀਆਂ ਦੀ ਕਲਿਆਣ ਕਰਨ ਲਈ ਚੱਲ ਪਏ। ਕਹੈ ਦੇਸ ਜਿਸ ਪਛਮ ਨਾਏ। ਕਹਿੰਦੇ ਜਿਹਨੂੰ ਪੱਛਮ ਦਾ ਦੇਸ਼ ਕਿਹਾ ਜਾਂਦਾ ਸੀ, ਉਸ ਪਾਸੇ ਮਹਾਰਾਜ ਜੀ ਵਿਚਰੇ। ਅਫਗਾਨਿਸਤਾਨ ਦੇ ਇਲਾਕੇ ਵਿੱਚ, ਕਾਬਲ ਕੰਧਾਰ ਦੇ ਇਲਾਕੇ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਵਿਚਰੇ। ਉਹ ਪਰੇ ਬਲੋਚਿਸਤਾਨ ਤੱਕ ਮਹਾਰਾਜ ਜੀ, ਕਜ਼ਾਕਿਸਤਾਨ ਤੋਂ ਪਰੇ ਹਾਲੇ ਵੀ ਬਹੁਤ ਥਾਵਾਂ ਐਸੀਆਂ ਨੇ ਜਿੱਥੇ ਸਤਿਗੁਰਾਂ ਦੇ ਸਥਾਨ ਮਿਲਦੇ ਆ, ਯਾਦਗਾਰਾਂ। ਪਰ ਕੁਝ ਥਾਵਾਂ ਐਸੀਆਂ ਵੀ ਨੇ ਜਿੱਥੇ ਜਾਣ ਦੀ ਖਬਰ ਹੈ, ਪਰ ਉੱਥੇ ਮਹਾਰਾਜ ਜੀ ਦੇ ਸਥਾਨ ਪ੍ਰਗਟ ਨਹੀਂ ਹੋਏ। ਤੋ ਦੂਰ ਦੂਰ ਤਾਈਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰ ਕੇ ਆਏ। ਲੰਘ ਗਏ ਵਹਿ ਦੇਸ ਹਵਾਏ। ਕਹਿੰਦੇ ਹਵਾ ਦੇ ਦੇਸ਼ ਵਿੱਚ ਹੀ ਚਲੇ ਗਏ, ਮੰਨੋ ਇੰਨੀ ਦੂਰ ਤੱਕ ਗਏ। ਚਲੇ ਚਲੇ ਕਿਤੇ ਅੱਗੇ ਸਿਧਾਰੇ। ਚਲਦਿਆਂ ਚਲਦਿਆਂ ਬਹੁਤ ਦੂਰ ਤਾਈਂ ਅੱਗੇ ਚਲੇ ਗਏ। ਜਾਏ ਬੜੇ ਕਿਤ ਸਮੁੰਦਰ ਮਝਾਰੇ। ਹੁਣ ਅੱਗੇ ਸਮੁੰਦਰ ਆਇਆ। ਕਹਿੰਦੇ ਸਮੁੰਦਰ ਦੇ ਵਿੱਚ ਜਾ ਪਹੁੰਚੇ ਮਹਾਰਾਜ। ਸਮੁੰਦਰ 'ਚ ਕਈ ਟਾਪੂਆਂ ਤੇ ਗਏ। ਅੱਜ ਸਾਡੇ ਕੋਲ ਅਨੇਕਾਂ ਸਾਧਨ ਹੋਣ ਦੇ ਬਾਵਜੂਦ ਵੀ ਅਸੀਂ ਇੰਨਾ ਭਰਮਣ ਨਹੀਂ ਕਰ ਸਕਦੇ। ਪਰ ਗੁਰੂ ਬਾਬਾ ਜੀ ਨੇ ਉਹਨਾਂ ਵੇਲਿਆਂ ਦੇ ਵਿੱਚ ਅਨੇਕਾਂ ਥਾਵਾਂ ਦਾ ਭਰਮਣ ਕੀਤਾ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪ੍ਰਤੱਖ ਕਲਾ ਨਹੀਂ ਤਾਂ ਹੋਰ ਕੀ ਹੈ ਭਾਈ। ਕਹਿੰਦੇ ਸਮੁੰਦਰ ਦੇ ਵਿੱਚ ਵੀ ਦੂਰ ਦੂਰ ਤਾਈਂ ਮਹਾਰਾਜ ਜੀ ਕਈ ਟਾਪੂਆਂ ਤੇ ਵਿਚਰੇ। ਤੇ ਸਮੁੰਦਰ ਦੇ ਉੱਤੇ ਵੀ ਜਨਮ ਸਾਖੀਆਂ 'ਚ ਜ਼ਿਕਰ ਆਉਂਦਾ ਹੈ, ਸਤਿਗੁਰੂ ਜੀ ਇਸ ਤਰ੍ਹਾਂ ਟੁਰੇ ਜਾਂਦੇ ਸਨ ਪਾਣੀ ਦੇ ਉੱਤੇ, ਮਾਨੋ ਜਿਵੇਂ ਧਰਤੀ ਤੇ ਚੱਲਦੇ ਹੋਣ, ਸਮੁੰਦਰ ਦੇ ਜਲ ਉੱਤੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਪ੍ਰਕਾਸ਼ ਹੋਇਆ ਤੇ ਪੰਡਤ ਹਰਦਿਆਲ ਨੇ ਕਿਹਾ ਸੀ, ਮਹਾਰਾਜ ਪਟਵਾਰੀ ਸਾਹਿਬ ਇਹਨੂੰ ਪਹਾੜ ਵੀ ਰਸਤੇ ਦੇਣਗੇ ਤੇ ਸਮੁੰਦਰ ਵੀ ਇਹਨਾਂ ਦਾ ਰਾਹ ਨਹੀਂ ਰੋਕ ਸਕੇਗਾ, ਉਹ ਵੀ ਰਾਹ ਦੇਵੇਗਾ ਇਹਨਾਂ ਨੂੰ, ਕਿਉਂਕਿ ਆਪ ਪਰਮੇਸ਼ਰ ਨੇ। ਤੋ ਕਹਿੰਦੇ ਅੱਗੇ ਚਲਦਿਆਂ ਚਲਦਿਆਂ ਸਮੁੰਦਰ ਵਿੱਚ ਜਾ ਵੜੇ। ਊਹਾ ਵਰਨ ਸੋ ਭੇਟਾ ਭਈ। ਉੱਥੇ ਸਮੁੰਦਰ ਦਾ ਦੇਵਤਾ ਜਿਹੜਾ ਜਲ ਦਾ ਦੇਵਤਾ ਵਰਣ ਦੇਵ ਹੈ, ਰਾਜ ਜੀ ਦੇ ਚਰਨ ਪਰਸਨ ਆਇਆ, ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਉਨ ਕੀ ਬਾਤਾਂ ਜਾਣੈ ਵਈ। ਕਹਿੰਦੇ ਉਹਨਾਂ ਦੀਆਂ ਬਾਤਾਂ ਉਹੀ ਜਾਣਨ, ਗੁਰੂ ਬਾਬੇ ਦੀਆਂ ਬਾਤਾਂ ਗੁਰੂ ਬਾਬਾ ਜੀ ਜਾਣਨ। ਤੁਰਕ ਉਸੇ ਖਵਾਜ ਖਜਰ ਸੋ ਆਖੈ। ਕਹਿੰਦੇ ਆਪਾਂ ਵਰਣ ਦੇਵਤਾ ਕਹਿ ਦਿੰਨੇ ਆ, ਜਿਹੜੇ ਤੁਰਕ ਭਾਈਚਾਰੇ ਦੇ ਲੋਕ ਨੇ ਮੁਸਲਮਾਨ ਵੀਰ, ਉਸ ਵਰਣ ਦੇਵ ਨੂੰ ਖਵਾਜਾ ਪੀਰ ਕਹਿ ਦਿੰਦੇ ਆ। ਗੱਲ ਇੱਕੋ ਹੀ ਹੈ, ਉਹ ਪਾਣੀ ਦੇ ਦੇਵਤੇ ਨੂੰ ਖਵਾਜਾ ਪੀਰ ਕਹਿ ਦਿੰਦੇ ਆ, ਤੇ ਇੱਧਰ ਜਿਹੜੇ ਸਨਾਤਨੀ ਨੇ ਇਹ ਕਹਿ ਦਿੰਦੇ ਆ ਜਲ ਦਾ ਦੇਵਤਾ ਜਿਹੜਾ ਉਹ ਵਰਣ ਦੇਵ ਹੈ। ਗੱਲ ਦੋਹਾਂ ਦੀ ਇੱਕੋ ਹੀ ਹੈ। ਆਪਣੀ ਬੋਲੀ ਇਮ ਉਸ ਭਾਖੈ। ਬਸ ਉਹ ਆਪਣੀ ਬੋਲੀ ਕਰਕੇ ਖਵਾਜਾ ਜੀ ਕਹਿ ਦਿੰਦੇ ਆ, ਖਵਾਜਾ ਖਿਜਰ ਕਹਿ ਦਿੰਦੇ ਆ, ਤੇ ਇਹ ਆਪਣੀ ਭਾਸ਼ਾ ਵਿੱਚ, ਕਿਉਂਕਿ ਇੱਧਰ ਦੀ ਭਾਸ਼ਾ ਬੋਲਣ ਕਰਕੇ ਸੰਸਕ੍ਰਿਤ ਮੂਲਕ ਹੋਣ ਕਰਕੇ ਇਹ ਕਹਿ ਦਿੰਦੇ ਆ ਵਰਣ ਦੇਵ। ਉਹਾ ਮਰਦਾਨਾ ਨੇ ਪਉ ਖਾਇਆ। ਉੱਥੇ ਕਹਿੰਦੇ ਭਾਈ ਮਰਦਾਨਾ ਜੀ ਨੇ ਕੋਈ ਖੌਫ ਖਾਦਾ। ਕਿੱਡਾ ਵੱਡਾ ਆਕਾਰ, ਜਨਮ ਸਾਖੀ 'ਚ ਬੜੇ ਵਿਸਥਾਰ ਨਾਲ ਇਹਦਾ ਜ਼ਿਕਰ ਆਉਂਦਾ। ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਜਦੋਂ ਚੱਲਦੀ ਹੈ, ਆਪ ਜੀ ਨੇ ਸੁਣੀ ਆ, ਪਿੱਛੇ ਅੱਗੇ ਵੀ ਗੁਰੂ ਸਾਹਿਬ ਕਰਾਉਣਗੇ। ਤਕਰੀਬਨ ਸਾਲ ਭਰ ਮਹਾਰਾਜ ਜੀ ਦੀ ਕਥਾ ਦੇ ਪ੍ਰਸੰਗ ਚੱਲਦੇ ਆ। 11-12 ਮਹੀਨਿਆਂ ਵਿੱਚ ਨਾਨਕ ਪ੍ਰਕਾਸ਼ ਦੀ ਕਥਾ ਦਾ ਭੋਗ ਪੈਂਦਾ ਹੈ, ਤੇ ਉਹਦੇ ਵਿੱਚ ਵਿਸਥਾਰ ਆਉਂਦਾ ਕਿ ਬੜੇ ਬੜੇ ਵੱਡੇ ਮੱਛ ਸਮੁੰਦਰ ਵਿੱਚ ਗੁਰੂ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕਰਕੇ ਮੁਕਤ ਹੋਏ।
ਭਾਈ ਸਾਹਿਬ ਕਹਿੰਦੇ ਵੀ ਉੱਥੇ ਬਾਬਾ ਭਾਈ ਮਰਦਾਨੇ ਨੂੰ ਕੋਈ ਭਾਉ ਆਇਆ, ਆਖ ਬਾਬੇ ਵੱਲ ਵਤਨ ਲੈ ਆਇਆ। ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਚਲੋ ਵਾਪਸ ਆਪਣੇ ਵਤਨ ਚੱਲੀਏ। ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਵੀ ਜਦੋਂ ਸਤਿਗੁਰੂ ਜੀ ਮੱਕੇ ਕਾਬੇ ਵੱਲ ਵਿਚਰ ਰਹੇ ਸੀ, ਇਧਰ ਬੇਬੇ ਨਾਨਕੀ ਦੇ ਮਨ 'ਚ ਇੱਛਾ ਹੋਈ ਵੀ ਮੇਰਾ ਵੀਰ ਕਿੰਨਾ ਚਿਰ ਹੋ ਗਿਆ ਤੇ ਵਾਪਸ ਨਹੀਂ ਪਰਤਿਆ, ਵੀ ਆਵੇ ਤੇ ਦਰਸ਼ਨ ਦੇਵੇ ਤੇ ਮੈਂ ਪ੍ਰਸ਼ਾਦਾ ਛਕਾਵਾਂ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਬੇਬੇ ਨਾਲ ਬਚਨ ਕੀਤਾ, ਬੇਬੇ ਜਦੋਂ ਯਾਦ ਕਰੇਗੀ ਉੱਥੇ ਹੀ ਹਾਜ਼ਰ ਹੋ ਜਾਾਂਗੇ, ਉਸੇ ਵੇਲੇ ਜਿੱਥੇ ਮਰਜ਼ੀ ਹੋਈਏ। ਅੱਖ ਦੇ ਫੋਰ ਮਾਤਰ ਦੇ ਵਿੱਚ ਮਹਾਰਾਜ ਜੀ ਸੁਲਤਾਨਪੁਰ ਸਾਹਿਬ ਆ ਕੇ ਹਾਜ਼ਰ ਹੋ ਗਏ। ਦਾਸੀ ਤੁਲਸਾ ਭੱਜੀ ਆਈ ਬਾਹਰ ਵੇਖਣ ਵਾਸਤੇ ਤੇ ਵੇਖ ਕੇ ਕਹਿੰਦੀ ਆ, ਬੇਬੇ ਤੇਰਾ ਵੀਰ ਆ ਗਿਆ। ਤੇ ਜਗਤ ਗੁਰੂ ਬਾਬਾ ਜੀ ਨੇ ਜਾ ਕੇ ਆਖਿਆ, ਬੇਬੇ ਮੱਥਾ ਟੇਕਦਾ, ਨਮਸਕਾਰ ਕਰਦਾ। ਤੇ ਬੇਬੇ ਕਹੇ, ਮਹਾਰਾਜ ਮੈਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਨੀ। ਮਹਾਰਾਜ ਜੀ ਨੇ ਬੇਬੇ ਦਾ ਹੱਥ ਸੀਸ ਇਹਦਾ ਹੱਥਾਂ ਤੇ ਲੈ ਲਿਆ, ਆਖਿਆ ਨਾ ਬੇਬੇ ਜੀ ਤੁਸੀਂ ਸਾਡੇ ਤੋਂ ਵੱਡੇ ਹੋ, ਸਾਡੀ ਵੱਡੀ ਭੈਣ, ਇਹ ਨਹੀਂ ਮਰਿਆਦਾ। ਤੋ ਇਸ ਤਰ੍ਹਾਂ ਭਾਈ ਮਰਦਾਨੇ ਨੂੰ ਬਾਲੇ ਨੂੰ ਲੈ ਕੇ ਸਤਿਗੁਰੂ ਜੀ ਵਾਪਸ ਆਏ। ਦੋਹਰਾ ਫਿਰ ਸਤਿਗੁਰ ਸੁਨ ਪਰਬਤੇ ਉਤਰ ਵਡੋ ਸੁਦੇਸ। ਫਿਰ ਇੱਧਰ ਪਹਾੜ ਵਾਲੇ ਪਾਸੇ, ਉੱਤਰ ਵਾਲੇ ਪਾਸੇ ਮਹਾਰਾਜ ਜੀ ਨੇ ਸੁਣਿਆ ਕਿ ਇੱਧਰ ਵੀ ਬੜੇ ਬੜੇ ਸਿੱਧਨਾਥ ਨੇ, ਯੋਗੀ ਨੇ, ਉਹਨਾਂ ਨੂੰ ਵੀ ਜਾ ਕੇ ਮਿਲਣਾ ਚਾਹੀਏ। ਤੋ ਸਤਿਗੁਰੂ ਜੀ ਇਸ ਪਾਸੇ ਯਾਤਰਾ ਕੀਤੀ। ਸਿੱਧ ਸਾਧ ਸੁਨਤ ਹੈ ਘਨੇ ਦੇਵੀ ਦੇਵ ਮਹੇਸ਼। ਸੁਣਿਆ ਬੜੇ ਬੜੇ ਸਿੱਧ, ਬੜੇ ਬੜੇ ਸਾਧ ਪਹਾੜਾਂ ਵਿੱਚ ਨੇ, ਬੜੀਆਂ ਬੜੀਆਂ ਦੇਵੀਆਂ ਦੇਵਾਂ ਤੇ ਮਹੇਸ਼ਾਂ ਦੀ ਪੂਜਾ ਕਰਨ ਵਾਲੇ ਹਨ। ਚੌਪਈ ਉਸੀ ਦੇਸ ਕੇ ਸੈਲਹ ਕਾਰਨ। ਮਹਾਰਾਜ ਜੀ ਇੱਧਰ ਪਹਾੜੀ ਇਲਾਕੇ ਦੇ ਵਿੱਚ ਫਿਰ ਪਹਾੜਾਂ ਦੀ ਸੈਲ ਕੀਤੀ। ਲਾਭ ਹਾਨ ਸੱਚ ਝੂਠ ਵਿਚਾਰਨ। ਤੇ ਲੋਕਾਂ ਨੂੰ ਦੱਸਣ ਲਈ ਵੀ ਲਾਭ ਕਿਹਦੇ ਵਿੱਚ ਹੈ, ਨੁਕਸਾਨ ਕਿਹਦੇ ਵਿੱਚ ਹੈ, ਸੱਚ ਕੀ ਹੈ, ਝੂਠ ਕੀ ਹੈ, ਇਹ ਵਿਚਾਰਾਂ ਮਹਾਰਾਜ ਜੀ ਦੇਣ ਲਈ ਚੱਲੇ। ਪ੍ਰਥਮ ਨਿਹਲ ਫਿਰ ਧਾਰਨ ਚੜੋ। ਪਹਿਲਾਂ ਨੀਹਲ ਦਾ ਇਲਾਕਾ, ਨੀਹਲ ਕਿਹਨੂੰ ਕਹਿੰਦੇ ਆ, ਨੀਹਾਂ ਦਾ ਇਲਾਕਾ, ਨੀਵਾਂ ਜਿਹੜਾ ਪਹਾੜਾਂ ਦੇ ਥੱਲੇ ਥੱਲੇ ਦਾ ਇਲਾਕਾ ਹੁੰਦਾ ਉਹਨੂੰ ਨੀਹਲ ਕਹਿ ਦਿੰਦੇ ਆ, ਜਿੱਥੋਂ ਪਹਾੜ ਸ਼ੁਰੂ ਹੋਣ। ਜਿਵੇਂ ਆਨੰਦਪੁਰ ਸਾਹਿਬ ਤਰਾਈ ਦਾ ਇਲਾਕਾ ਹੈ ਨਾ, ਤੇ ਨੰਗਲ ਦਾ ਇਲਾਕਾ ਹੋ ਜਾਏ, ਉਧਰ ਊਨਾ ਸਾਹਿਬ ਨੰਗਲ ਤੋਂ ਪਰੇ, ਇਹ ਸਾਰਾ ਨੀਹਲ ਦਾ ਹੀ ਇਲਾਕਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਪਹਾੜਾਂ ਦੇ ਜਿਹੜੇ ਨੀਹਲ ਨੇ, ਥੱਲੇ ਥੱਲੇ ਮੈਦਾਨੀ ਇਲਾਕਾ ਹੈ, ਜੜ੍ਹਾਂ ਜਿਹੜੀਆਂ ਨੇ ਪਹਾੜਾਂ ਦੀਆਂ, ਉਹਨਾਂ ਵਿੱਚ ਸਤਿਗੁਰੂ ਜੀ ਵਿਚਰੇ। ਕਾਲੀਆਂ ਛੱਡ ਫਿਰ ਧੌਲੀਆਂ ਵੜੇ। ਪਹਿਲਾਂ ਕਾਲੇ ਪਹਾੜਾਂ ਵਿੱਚ ਵਿਚਰੇ, ਫਿਰ ਧੌਲੇ ਚਿੱਟੇ ਪਹਾੜਾਂ। ਹੁਣ ਚਿੱਟੇ ਪਹਾੜ ਕਿੱਥੇ, ਜਿੱਥੇ ਬਰਫ਼ ਪੈਂਦੀ ਹੈ ਉਹ ਚਿੱਟੇ ਪਹਾੜ, ਜਿਹੜੇ ਪਹਾੜਾਂ ਤੇ ਬਰਫ਼ ਨਹੀਂ ਪੈਂਦੀ ਉਹ ਕਾਲੇ ਪਹਾੜ ਨੇ। ਤੋ ਸਤਿਗੁਰੂ ਜੀ ਪਹਿਲਾਂ ਕਾਲੇ ਪਹਾੜਾਂ ਦੇ ਵਿੱਚ, ਕਾਲੀਆਂ ਧਾਰਾਂ ਦੇ ਵਿੱਚ, ਸ਼ਿਵਾਲਿਕ ਦੇ, ਹਿਮਾਲਿਆ ਦੇ ਪਰਬਤਾਂ ਵਿੱਚ ਵਿਚਰਦੇ ਆ। ਫਿਰ ਜਿਹੜੇ ਬਰਫੀਲੇ ਪਹਾੜ ਨੇ ਉਹਨਾਂ ਵਿੱਚ ਵੀ ਵਿਚਰੇ। ਜਗਾ ਜਗਾ ਜੋ ਸਭੀ ਲਿਖਈਐ। ਉਹ ਕਿੱਥੇ ਲੇਹ ਲਦਾਖ ਤੱਕ ਦਾ ਇਲਾਕਾ, ਕਸ਼ਮੀਰ ਦਾ ਇਲਾਕਾ। ਭਾਈ ਸਾਹਿਬ ਕਹਿੰਦੇ ਜੇ ਸਾਰੀਆਂ ਜਗ੍ਹਾਵਾਂ ਦੀ ਜ਼ਿਕਰ ਕਰੀਏ, ਸਾਰੇ ਥਾਵਾਂ ਦਾ ਜ਼ਿਕਰ ਕਰੀਏ, ਗ੍ਰੰਥ ਵੱਡਨੇ ਤੇ ਮਨ ਹੋ ਸੰਕਈਐ। ਕਹਿੰਦੇ ਫਿਰ ਇਹ ਗ੍ਰੰਥ ਦਾ ਵਿਸਥਾਰ ਵੱਧ ਜਾਏਗਾ। ਇਸ ਕਰਕੇ ਮੈਂ ਕੇਵਲ ਸੰਖੇਪ ਚ ਟੂਕ ਮਾਤਰ ਲਿਖਦਾ। ਉਹ ਕਿੱਥੇ ਲੇਹ ਲਦਾਖ ਦੇ ਵਿੱਚ ਪੱਥਰ ਸਾਹਿਬ ਹੈ, ਇਧਰ ਕਸ਼ਮੀਰ ਵਿੱਚ ਮਹਾਰਾਜ ਜੀ ਦੇ, ਇਹਦਾ ਥੋੜੇ ਥੋੜੇ ਦੂਰ ਦੂਰ ਸਥਾਨ ਨੇ, ਵਿੱਚ ਵੀ ਕਈ ਅਨੇਕਾਂ ਸਥਾਨ ਨੇ ਜਿਹੜੇ ਹਾਲੇ ਪ੍ਰਗਟ ਨਹੀਂ ਹੋਏ, ਕਈ ਹੈਣ ਪ੍ਰਗਟ ਪਰ ਉਹਨਾਂ ਬਾਰੇ ਪਤਾ ਨਹੀਂ ਹੈ। ਹੌਲੇ ਹੌਲੇ ਕਰਕੇ ਜਿਵੇਂ ਜਿਵੇਂ ਸੰਗਤ ਵਿੱਚ ਜਾਗਰਤੀ ਆਉਂਦੀ ਹੈ ਸਿੱਖਾਂ ਵਿੱਚ, ਉਹ ਜਿਹੜੇ ਸਥਾਨ ਨੇ ਉਹ ਪ੍ਰਗਟ ਹੋ ਰਹੇ ਨੇ। ਹਾਂਜੀ, ਜਿਨ ਕੋ ਲੋੜ ਸੁਨਨ ਕੀ ਹੋਏ। ਭਾਈ ਸਾਹਿਬ ਕਹਿੰਦੇ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੀ ਇਹ ਸਾਰੀ ਕਥਾ ਸੁਣਨੀ ਹੈ ਵੀ ਕਿਵੇਂ ਕਿਵੇਂ ਮਹਾਰਾਜ ਜੀ ਨਾਲ ਵਿੱਚ ਵਿਚਰੇ ਹਨ। ਔਰ ਪੁਸਤਕ ਤੇ ਸੁਣ ਲੈ ਸੋਏ। ਹੋਰ ਜਿਹੜੀਆਂ ਜਨਮ ਸਾਖੀਆਂ ਨੇ, ਇਤਿਹਾਸ ਦੇ ਗ੍ਰੰਥ ਲਿਖੇ ਨੇ, ਉਹਦੇ ਵਿੱਚੋਂ ਤੁਸੀਂ ਇਹ ਇਤਿਹਾਸ ਸੁਣ ਸਕਦੇ ਹੋ। ਦੋਹਰਾ ਜਹ ਸਤਿਗੁਰ ਜੀ ਤਬ ਪੁਜੇ ਦੇਖਿਓ ਠੀਕ ਨਾ ਕੋਏ। ਜਿੱਥੇ ਸਤਿਗੁਰੂ ਜੀ ਪੁੱਜੇ ਵੇਖਿਆ ਵੀ ਇਹ ਬੰਦਾ ਠੀਕ ਨਹੀਂ ਹੈ, ਇੱਥੇ ਆ ਕਮਜ਼ੋਰੀ ਹੈ। ਜਿੱਥੇ ਜਿੱਥੇ ਵੀ ਸਤਿਗੁਰੂ ਜੀ ਗਏ ਹੀ ਉੱਥੇ ਨੇ ਜਿੱਥੇ ਪਖੰਡ ਫੈਲਿਆ ਹੋਇਆ ਸੀ,
ਜਿੱਥੇ ਕੋਈ ਮਾੜਾ ਅਨਸਰ ਰਹਿੰਦਾ ਸੀ ਵੀ ਭੈੜੀ ਬਿਰਤੀ ਦੇ ਨਾਲ ਸੱਜਣ ਠੱਗ ਜਿਹਾ ਕੌਡੇ ਰਾਖਸ਼ ਜੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਮਰੀਜ਼ ਵੇਖੇ ਉੱਥੇ ਪਹੁੰਚੇ ਉਹਨਾਂ ਨੂੰ ਦਵਾਈ ਦੇਣ ਵਾਸਤੇ। ਜਾਂ ਫਿਰ ਜਿੱਥੇ ਮੇਰੇ ਸਾਹਿਬ ਦੇ ਪਿਆਰੇ ਸੀ ਭਾਈ ਲਾਲੋ ਵਰਗੇ, ਜਾਂ ਉਹਨਾਂ ਕੋਲ ਗਏ ਨੇ। ਜਾਂ ਫਿਰ ਰਾਜੇ ਜਿਹੜੇ ਦੁਰਾਚਾਰੀ ਹੋ ਗਏ ਸੀ ਉਹਨਾਂ ਨੂੰ ਜਾ ਕੇ ਅਕਲ ਦੇਣ ਲਈ ਪਹੁੰਚੇ ਨੇ। ਤੋ ਇਸ ਪ੍ਰਕਾਰ ਮਹਾਰਾਜ ਜੀ ਨੇ ਜਿੱਥੇ ਜਿੱਥੇ ਕੋਈ ਕਮੀ ਵੇਖੀ, ਦੇਵੀ ਦੇਵ ਓ ਮੜ ਮਟੋ ਲਿੰਗ ਪੂਜਕ ਪਏ ਸੋਏ। ਕਹਿੰਦੇ ਜਿੱਥੇ ਦੇਵੀਆਂ ਦੇਵਾਂ ਮੜਾਂ ਮੱਠਾਂ ਤੇ ਹੋਰ ਕਈ ਪ੍ਰਕਾਰ ਦੀਆਂ ਪੂਜਾਵਾਂ ਦੇ ਵਿੱਚ ਸ਼ਿਵਲਿੰਗ ਵਗੈਰਾ ਦੀ ਪੂਜਾ ਵਿੱਚ ਲੋਕ ਲੱਗੇ ਹੋਏ ਸਨ, ਉਹਨਾਂ ਨੂੰ ਜਾ ਕੇ ਦੱਸਿਆ ਭਾਈ ਜੋ ਪਰਮ ਸ਼ਕਤੀ ਅਕਾਲ ਪੁਰਖ ਦੀ ਸ਼ਕਤੀ ਹੈ ਉਸ ਨੂੰ ਜਾਣੋ। ਇਹ ਸਾਰੀਆਂ ਜਿਹੜੀਆਂ ਸ਼ਕਤੀਆਂ ਦੀ ਤੁਸੀਂ ਪੂਜਾ ਕਰਦੇ ਹੋ, ਇਹ ਸਾਰੀਆਂ ਸ਼ਕਤੀਆਂ ਉਸ ਮਹਾ ਸ਼ਕਤੀ ਅਕਾਲ ਪੁਰਖ ਦੇ ਅੰਤਰਗਤ ਹਨ। ਉਹਦੇ ਤੋਂ ਬਿਨਾਂ ਇਹਨਾਂ ਸ਼ਕਤੀਆਂ ਦਾ ਕੋਈ ਮਾਇਨਾ ਨਹੀਂ ਹੈ। ਤੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਸਤਿਗੁਰਾਂ ਨੇ ਸਰਬ ਥਾਈਂ ਜਾ ਕੇ ਲੋਕਾਂ ਨੂੰ ਦ੍ਰਿੜ ਕਰਵਾਈ। ਚੌਪਈ ਜਹ ਕਿਤ ਬਾਬਾ ਜੀ ਜਾਵੇ ਦੇਸ। ਗੁਰੂ ਬਾਬਾ ਜੀ ਦੇਸ਼ ਦੇ ਜਿਸ ਖਿੱਤੇ ਵਿੱਚ ਜਿੱਥੇ ਵੀ ਜਾਂਦੇ ਨੇ, ਤਹ ਨਾਮ ਦਿੜਾਵੇ ਸਤ ਉਪਦੇਸ਼। ਉੱਥੇ ਹੀ ਜਾ ਕੇ ਨਾਮ ਦ੍ਰਿੜ ਕਰਾਉਂਦੇ ਆ ਔਰ ਸੱਚਾ ਉਪਦੇਸ਼ ਦਿੰਦੇ ਹਨ। ਤੋ ਮਰੀ ਸੋ ਹਮਯੋ ਕਹਿਓ। ਕਹਿੰਦੇ ਉਸ ਵੇਲੇ ਫਿਰ ਕੈਪਟਨ ਮਰੀ ਨਾਲ ਅਸੀਂ ਗੱਲਬਾਤ ਕੀਤੀ। ਬਾਬੇ ਸਾਖੀ ਕਿਨ ਅੰਤ ਨ ਲਹਿਓ। ਕਹਿੰਦੇ ਬਾਬੇ ਦੀ ਸਾਖੀ ਦਾ ਕੈਪਟਨ ਮਰੇ ਸਾਹਿਬ ਕਿਸੇ ਨੇ ਅੰਤ ਨਹੀਂ ਜਾਣਿਆ। ਗੁਰੂ ਬਾਬੇ ਦੀ ਸਾਖੀ ਮੈਂ ਤੈਨੂੰ ਕੀ ਦੱਸਾਂ। ਕਹਿੰਦੇ ਮੈਂ ਉਹਨਾਂ ਨੂੰ ਜਦੋਂ ਦੱਸਦਾ ਸੀ ਨਾ ਕੈਪਟਨ ਮਰੇ ਨੂੰ, ਕਹਿੰਦੇ ਮੈਂ ਆਖਿਆ ਕੈਪਟਨ ਮਰੇ ਜੀ ਗੁਰੂ ਬਾਬੇ ਦੀ ਸਾਖੀ ਦਾ ਅੰਤ ਹੀ ਨਹੀਂ ਆ, ਨਾ ਕਿਸੇ ਨੇ ਜਾਣਿਆ। ਬਾਬੇ ਸਾਖੀ ਮਹਾ ਗੰਭੀਰ। ਕਹਿੰਦੇ ਗੁਰੂ ਬਾਬੇ ਦੀ ਜਿਹੜੀ ਸਾਖੀ ਹੈ ਜਨਮ ਸਾਖੀ, ਉਹ ਬੜੀ ਡੂੰਗੀ ਹੈ, ਬੜੀ ਗੰਭੀਰ ਹੈ। ਸਿੱਧ ਸਾਧ ਲਿਖ ਥਕ ਰਹੇ ਪੀਰ। ਬੜੇ ਬੜੇ ਸਿੱਧ ਸਾਧਾਂ ਪੀਰਾਂ ਨੇ ਲਿਖੀ ਆ ਗੁਰੂ ਬਾਬੇ ਦੀ ਸਾਖੀ, ਉਹ ਥੱਕ ਗਏ ਨੇ ਲਿਖਦਿਆਂ, ਪਰ ਗੁਰੂ ਬਾਬੇ ਦੀ ਸਾਖੀ ਦਾ ਅੰਤ ਨਹੀਂ ਪਾ ਸਕੇ। ਬਹੁਤ ਉਦਾਸੀ ਬਾਬੇ ਕਈ। ਕਿਉਂਕਿ ਗੁਰੂ ਬਾਬੇ ਨੇ ਬਹੁਤ ਉਦਾਸੀਆਂ ਕੀਤੀਆਂ, ਬੜੀਆਂ ਯਾਤਰਾਵਾਂ ਕੀਤੀਆਂ ਨੇ। ਹਮ ਤੇ ਸਭੀ ਕਬ ਆਖੀ ਗਈ। ਜਿੰਨੀਆਂ ਯਾਤਰਾਵਾਂ ਗੁਰੂ ਬਾਬੇ ਨੇ ਕੀਤੀਆਂ ਨੇ ਉਹ ਸਾਡੇ ਕੋਲੋਂ ਕਿੱਥੇ ਕਹੀਆਂ ਗਈਆਂ ਨੇ ਸਾਰੀਆਂ। ਹਾਂਜੀ, ਬਾਬੇ ਸੈਲ ਆਕਾਸ਼ ਪੀ ਕੀਨਾ। ਅਸੀਂ ਧਰਤੀ ਦੀਆਂ ਸਾਖੀਆਂ ਲਿਖ ਲਾਂਗੇ ਕਿ ਕਿੱਥੇ ਕਿੱਥੇ ਗਏ। ਬਾਬੇ ਨੇ ਤੇ ਆਕਾਸ਼ ਦੀ ਵੀ ਯਾਤਰਾ ਕੀਤੀ, ਹੁਣ ਉੱਥੋਂ ਕਿੱਥੋਂ ਦੀਆਂ ਸਾਖੀਆਂ ਲਿਆਵਾਂਗੇ ਅਸੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਲੇ ਤਾਂ ਅਸੀਂ ਧਰਤੀ ਦਾ ਹੀ ਨਹੀਂ ਅੰਤ ਪਾ ਸਕੇ ਵੀ ਕਿੱਥੇ ਕਿੱਥੇ ਬਾਬਾ ਜੀ ਨੇ ਵਿਚਰ ਕੇ ਪ੍ਰਚਾਰ ਕੀਤਾ। ਫਿਰ ਉਹ ਤਾਂ ਆਕਾਸ਼ ਵਿੱਚ ਵੀ ਗਏ ਨੇ, ਪਤਾਲ ਵਿੱਚ ਵੀ ਗਏ ਨੇ, ਤੇ ਫਿਰ ਗੁਰੂ ਬਾਬੇ ਦੀ ਸਾਖੀ ਦਾ ਅੰਤ ਕਿੱਥੇ ਪਵੇਗਾ। ਬਾਬੇ ਨੇ ਤਾਂ ਆਕਾਸ਼ ਵਿੱਚ ਵੀ ਯਾਤਰਾ ਕੀਤੀ ਹੈ। ਬਾਬੇ ਸੈਲ ਬਹੁ ਕੀਓ ਜ਼ਮੀਨਾ। ਕਹਿੰਦੇ ਬਾਬੇ ਨੇ ਜ਼ਮੀਨ ਦੀ ਬੜੀ, ਧਰਤੀ ਦੀ ਬੜੀ ਯਾਤਰਾ ਕੀਤੀ ਹੈ। ਬਾਬੇ ਕੀ ਗਤ ਬਾਬੋ ਜਾਣੈ। ਬਾਬੇ ਦੀ ਗਤ ਬਾਬਾ ਹੀ ਜਾਣਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗਤ ਮਿੱਤ ਧੰਨ ਗੁਰੂ ਨਾਨਕ ਸਾਹਿਬ ਹੀ ਜਾਣਦੇ ਹਨ। ਕਹਿ ਜਾਣੈ ਜੋ ਨਾਲ ਫਿਰਾਣ। ਤੇ ਕਹਿੰਦੇ ਜਾਂ ਉਹ ਜਾਣਨ ਜਿਹੜੇ ਨਾਲ ਫਿਰਦੇ ਰਹੇ ਉਹਨਾਂ ਦੇ ਭਾਈ ਬਾਲਾ ਤੇ ਭਾਈ ਮਰਦਾਨਾ। ਕਹਿੰਦੇ ਜਾਂ ਉਹ ਜਾਣਨ ਜਿਹੜੇ ਨਾਲ ਫਿਰਦੇ ਰਹੇ। ਇੱਕ ਜਗ੍ਹਾ ਐਸੀ ਵੀ ਆਈ ਜਿੱਥੇ ਮਹਾਰਾਜ ਦੀ ਆਖਿਆ ਮਰਦਾਨਾ ਬਾਲਾ ਜੀ ਹੁਣ ਇੱਥੋਂ ਤੁਸੀਂ ਸਾਡੇ ਨਾਲ ਅੱਗੇ ਨਹੀਂ ਜਾ ਸਕਦੇ, ਤੁਸੀਂ ਇੱਥੇ ਰਹੋ। ਉਹ ਧਰੂ ਦਾ ਤਾਰਾ ਸੀ, ਇੱਥੇ ਰਹੋ। ਫਿਰ ਉੱਥੇ ਸੱਚਖੰਡ ਤੱਕ ਮਹਾਰਾਜ ਗੁਰੂ ਨਾਨਕ ਸਾਹਿਬ ਗਏ। ਹੁਣ ਕਹਿੰਦੇ ਜਾਂ ਗੁਰੂ ਬਾਬੇ ਦੀ ਗਤ ਗੁਰੂ ਬਾਬਾ ਜਾਣੇ। ਬੜੀ ਸਿੱਧੀ ਸਿੱਧੀ ਕਵਿਤਾ ਲਿਖਦੇ ਆ ਭਾਈ ਰਤਨ ਸਿੰਘ। ਇਸੇ ਕਰਕੇ ਕਈ ਸ਼ਬਦ ਇਹੋ ਜਿਹੇ ਆਉਂਦੇ ਆ ਵੀ ਉਹ ਸ਼ਬਦ ਕਾਵ ਦੇ ਮੁਤਾਬਕ ਪੂਰਨ ਤੌਰ ਤੇ ਨਹੀਂ ਟੁਕਦੇ ਹਨ, ਪਰ ਭਾਈ ਸਾਹਿਬ ਦਾ ਜਿਹੜਾ ਸ਼ੁਭ ਸੰਕਲਪ ਹੈ ਨਾ ਉਹ ਕਥਾ ਲਿਖਣ ਦਾ, ਉਹ ਬੜਾ ਸਫੁਰਤ ਹੋ ਕੇ ਜ਼ਾਹਰ ਹੁੰਦਾ ਹੈ। ਤੇ ਬੜੇ ਸੋਹਣੇ ਬਚਨ। ਬਾਬੇ ਕੀ ਗਤ ਬਾਬੋ ਜਾਣ, ਕਹਿ ਜਾਣ ਜੋ ਨਾਲ ਫਿਰਾਣ। ਬਾਬੇ ਦੀ ਗਤ ਬਾਬਾ ਜਾਣੇ, ਕਹਿੰਦੇ ਜਾਂ ਫਿਰ ਉਹ ਜਾਣਨ ਜਿਹੜੇ ਨਾਲ ਫਿਰਾਣੇ।
ਜਿਹੜੇ ਨਾਲ ਫਿਰਦੇ ਸਨ। ਜੋ ਉਨਕੀ ਸਭ ਠੋਰ ਬਤਈਐ। ਕਹਿੰਦੇ ਜੇ ਉਹ ਸਾਰੀਆਂ ਥਾਵਾਂ ਦੱਸਣ ਲੱਗੀਏ ਜਿੱਥੇ ਜਿੱਥੇ ਬਾਬਾ ਜੀ ਗਏ, ਬਦੈ ਗ੍ਰੰਥ ਬਹੁ ਲਿਖਿਓ ਚਹੀਐ। ਕਹਿੰਦੇ ਫਿਰ ਤਾਂ ਇਹ ਗ੍ਰੰਥ ਬਹੁਤ ਵੱਧ ਜਾਏਗਾ ਤੇ ਲਿਖਣਾ ਪਵੇਗਾ ਸਾਰਾ। ਜੋ ਲਿਖੀ ਨ ਹੋਤੀ ਔ ਰਹਿ ਠੋਰ। ਕਹਿੰਦੇ ਜੇ ਕਿਸੇ ਹੋਰ ਜਗ੍ਹਾ ਤੇ ਨਾ ਲਿਖੀ ਹੁੰਦੀ, ਮੰਨ ਲਓ ਜਨਮ ਸਾਖੀਆਂ ਨਾ ਲਿਖੀਆਂ ਹੁੰਦੀਆਂ, ਲਿਖਤੇ ਹਮ ਸਭ ਹੀ ਬਹੁਤ ਔਰ। ਤੇ ਕਹਿੰਦੇ ਮੈਂ ਇੱਥੇ ਜ਼ਰੂਰ ਲਿਖਦਾ। ਕਹਿੰਦੇ ਇਸ ਗੱਲ ਦੀ ਮੈਨੂੰ ਤਸੱਲੀ ਹੈ ਵੀ ਗੁਰੂ ਬਾਬੇ ਦੀ ਕਥਾ ਹੋਰ ਲਿਖੀ ਹੋਈ ਹੈਗੀ। ਜੇ ਨਾ ਹੁੰਦੀ ਤੇ ਕਹਿੰਦੇ ਜਿੱਥੇ ਮੈਂ ਸਿੱਖਾਂ ਦੀ ਕਥਾ ਲਿਖਣ ਲੱਗਾ ਉੱਥੇ ਫਿਰ ਗੁਰੂ ਬਾਬੇ ਦੀ ਵੀ ਲਿਖਦਾ। ਹਾਂਜੀ, ਜਾਂ ਤੇ ਇਹ ਮੈਂ ਸੂਚਿਓ ਧਰੋ। ਇਸ ਕਰਕੇ ਕਹਿੰਦੇ ਮੈਂ ਕੇਵਲ ਟੂਕ ਮਾਤਰ ਸੰਖੇਪ ਦੀ ਜਿਹੜੀ ਕੈਪਟਨ ਮਰੇ ਨੂੰ ਦੱਸੀ ਉਹ ਤੁਹਾਨੂੰ ਦੱਸਦਾ। ਆਗੇ ਹੋਏ ਨ ਤੋ ਸ਼ਰਮ ਕਰੋ। ਤੇ ਕਹਿੰਦੇ ਜੇ ਪਹਿਲਾਂ ਨਾ ਹੁੰਦੀ ਇਹ ਕਥਾ ਸਾਰੀ, ਕਹਿੰਦੇ ਫਿਰ ਮੈਂ ਮਿਹਨਤ ਕਰਦਾ ਇਹਦੀ ਵੀ। ਜੋ ਨਹਿ ਸਾਖੀ ਲਿਖੀ ਨ ਹੋਏ। ਕਹਿੰਦੇ ਜੇ ਜਨਮ ਸਾਖੀਆਂ ਨਾ ਲਿਖੀਆਂ ਹੁੰਦੀਆਂ, ਜਰੂਰ ਹੈ ਚਹੀਅਤ ਲਿਖ ਲਈ ਸੋਏ। ਕਹਿੰਦੇ ਮੈਂ ਫਿਰ ਜ਼ਰੂਰ ਲਿਖਦਾ, ਉਹ ਇਤਿਹਾਸ ਸਾਰਾ ਮਹਾਰਾਜ ਜੀ ਦਾ ਲਿਖਦਾ। ਦੋਹਰਾ ਜੋ ਆਗੇ ਹੈ ਅਤ ਕਨੀ ਮੋ ਮੈਂ ਕਹੀ ਕਟਾਏ। ਕਹਿੰਦੇ ਜੇ ਅੱਗੇ ਪਹਿਲਾਂ ਘਣੀ ਕਥਾ ਹੈ ਹੀ ਹੈ, ਮੈਂ ਉਹਨੂੰ ਕੇਵਲ ਸੰਖੇਪ ਦੇ ਵਿੱਚ ਟੂਕ ਮਾਤਰ ਦੱਸਦਾ ਜਾ ਰਿਹਾ। ਆਗੇ ਹੈ ਪਰ ਚਿੰਨ ਜੋ ਸੋ ਮੈਂ ਦਇਓ ਪ੍ਰਗਟਾਏ। ਕਹਿੰਦੇ ਜਿਹੜੀ ਕਥਾ ਪਹਿਲਾਂ ਪਰਛਿੰਨ ਹੈ ਵੀ ਉਹਦਾ ਵੇਰਵਾ ਨਹੀਂ ਆਇਆ, ਕਹਿੰਦੇ ਉਹਨੂੰ ਮੈਂ ਵਿਸਥਾਰ ਨਾਲ ਸੁਣਾਵਾਂਗਾ। ਜਿਹਦਾ ਪਹਿਲਾਂ ਵਿਸਥਾਰ ਹੋ ਚੁੱਕਾ ਹੈ ਜਨਮ ਸਾਖੀਆਂ 'ਚ, ਕਹਿੰਦੇ ਉਹਨੂੰ ਮੈਂ ਸੰਖੇਪ 'ਚ ਸੁਣਾਵਾਂਗਾ। ਯਾਨੀ ਕਿ ਜੋ ਨਹੀਂ ਹੈ ਪਹਿਲਾਂ ਉਹ ਮੈਂ ਜ਼ਰੂਰ ਕਹਾਂਗਾ, ਜੋ ਹੈ ਹੀ ਹੈ ਪਹਿਲਾਂ ਉਹ ਕੇਵਲ ਸੰਖੇਪ ਵਿੱਚ ਟੂਕ ਮਾਤਰ ਕਹਾਂਗਾ। ਦੋਹਰਾ ਆਗੇ ਸਾਖੀਓ ਸੁਨਹੁ ਤੇ ਪਠਾਨ ਦਿੱਲੀ ਪਤਸ਼ਾਹੀ। ਕਹਿੰਦੇ ਹੁਣ ਅੱਗੇ ਕਥਾ ਸੁਣੋ। ਸਾਖੀ ਦਿੱਲੀ ਕੇ ਪਾਤਸ਼ਾਹੇ ਕੀ ਚੱਲੀ। ਦਿੱਲੀ ਦਾ ਬਾਦਸ਼ਾਹ ਕੌਣ ਸੀ ਉਸ ਵੇਲੇ? ਇਬਰਾਹੀਮ ਲੋਧੀ। ਇਹ ਸਿਕੰਦਰ ਲੋਧੀ ਦਾ ਪੁੱਤਰ ਸੀ। ਪਠਾਣਾ ਦਾ ਰਾਜ ਸੀ ਹਿੰਦੁਸਤਾਨ ਵਿੱਚ। ਇਹ ਅਖੀਰਲਾ ਲੋਧੀਆਂ ਦਾ ਪਠਾਣਾ ਦਾ ਬਾਦਸ਼ਾਹ ਸੀ। ਇਹਦੇ ਤੋਂ ਬਾਅਦ ਮੁਗਲਾਂ ਦਾ ਰਾਜ ਕਾਇਮ ਹੋਇਆ, ਬਾਬਰ ਆਇਆ ਹਿੰਦੁਸਤਾਨ 'ਚ। ਜਿਹੜਾ ਇਹ ਦਿੱਲੀ ਦਾ ਬਾਦਸ਼ਾਹ ਸੀ ਇਬਰਾਹੀਮ ਲੋਧੀ, ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੁਣ ਉਹਦਾ ਵੀ ਥੋੜਾ ਜਿਹਾ ਪ੍ਰਸੰਗ ਜਿਹੜੀ ਗੁਰੂ ਬਾਬੇ ਦੇ ਨਾਲ ਘਟਨਾ ਘਟੀ ਸੀ ਦਿੱਲੀ ਵਿੱਚ, ਉਹ ਕਹਿੰਦੇ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਕਰੋਪੀ ਕੀਨੀ ਜਿਮ ਗੁਰੂ ਦਸੋ ਮੁਗਲਨ ਕੋ ਤਖਤ ਪਲਟਾਏ। ਜਿਵੇਂ ਸਤਿਗੁਰੂ ਜੀ ਇਹਦੇ ਤੋਂ ਨਾਰਾਜ਼ ਹੋਏ ਸਨ, ਇਹ ਪਠਾਨ ਤੋਂ, ਇਬਰਾਹੀਮ ਤੋਂ, ਇਹਨੂੰ ਬੈਰਮ ਖਾਂ ਵੀ ਲਿਖਿਆ। ਕਹਿੰਦੇ ਇਹਦੇ ਤੋਂ ਜਿਵੇਂ ਮਹਾਰਾਜ ਜੀ ਨਾਰਾਜ਼ ਹੋਏ ਸਨ ਤੇ ਗੁਰਦੇਵ ਜੀ ਨੇ ਪੱਠੀ ਨਜ਼ਰ ਕੀਤੀ ਸੀ ਔਰ ਇਹਦੇ ਰਾਜ ਭਾਗ ਦਾ ਤਖਤਾ ਪਲਟਾ ਕੇ ਮੁਗਲਾਂ ਨੂੰ ਪਾਤਸ਼ਾਹੀ ਦਿੱਤੀ ਸੀ। ਕਹਿੰਦੇ ਹੁਣ ਮੈਂ ਉਹ ਸਾਖੀ ਲਿਖਾਂਗਾ, ਉਹ ਸਾਖੀ ਸਰਵਣ ਕਰਾਵਾਂਗਾ। ਇਹ ਹੁਣ ਵੇਖੋ ਕੈਪਟਨ ਮਰੇ ਨੂੰ ਇਤਿਹਾਸ ਦੱਸ ਰਹੇ, ਜਿਵੇਂ ਉਹਨੇ ਪੁੱਛਿਆ ਸੀ ਨਾ ਵੀ ਗੁਰੂ ਬਾਬੇ ਨੂੰ ਪਾਤਸ਼ਾਹੀ ਉਹ ਕਿਵੇਂ ਤੁਹਾਨੂੰ ਕਿਵੇਂ ਦਿੱਤੀ, ਉਹਨਾਂ ਨੂੰ ਕਿਹਨੇ ਦਿੱਤੀ? ਤੇ ਭਾਈ ਸਾਹਿਬ ਕਹਿੰਦੇ ਉਹ ਤਾਂ ਪਾਤਸ਼ਾਹੀਆਂ ਦਿੰਦੇ ਸਨ ਤੇ ਲੈ ਲੈਂਦੇ ਸਨ। ਲੈਣ ਵਾਲੇ ਵੀ ਜੇ ਕੋਈ ਨਹੀਂ ਆਗਿਆ 'ਚ ਚੱਲਿਆ ਉਹਦੇ ਕੋਲੋਂ ਲੈ ਲਈ, ਤੇ ਜਿਹੜਾ ਉਹਨਾਂ ਦੇ ਚਰਨਾਂ 'ਚ ਆ ਕੇ ਝੁਕ ਗਿਆ ਉਹਦੇ ਤੇ ਦਇਆ ਦ੍ਰਿਸ਼ਟੀ ਕੀਤੀ ਤੇ ਉਹਨੂੰ ਪਾਤਸ਼ਾਹੀ ਦੇ ਦਿੱਤੀ। ਇਹ ਜਿਹੜੇ ਮੁਗਲ ਨੇ ਇਹਨਾਂ ਨੂੰ ਵੀ ਪਾਤਸ਼ਾਹੀ ਮਹਾਰਾਜ ਜੀ ਨੇ ਪਠਾਣਾ ਦੇ ਰਾਜ ਦਾ ਤਖਤਾ ਪਲਟਾ ਕੇ ਬਾਬਰ ਕਿਆਂ ਨੂੰ ਦਿੱਤੀ ਹੈ, ਮੁਗਲਾਂ ਨੂੰ। ਅੱਗੇ ਜਾ ਕੇ ਭਾਈ ਤਾਰੂ ਸਿੰਘ ਦੇ ਪ੍ਰਸੰਗ ਵਿੱਚ ਉਹ ਸਾਰੀ ਕਥਾ ਬੜੇ ਵਿਸਥਾਰ ਨਾਲ ਆਉਣੀ ਹੈ ਕਿ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਕਿਵੇਂ ਰਾਜ ਦਿੱਤਾ। ਭਾਈ ਤਾਰੂ ਸਿੰਘ ਜੀ ਨੂੰ ਜਦੋਂ ਪਕੜ ਕੇ ਲਿਜਾਂਦੇ ਆ ਨਾ, ਤੇ ਭਾਈ ਤਾਰੂ ਸਿੰਘ ਦੇ ਮੂੰਹੋਂ ਕਥਾ ਸੁਣਾਉਂਦੇ ਆ ਸਾਰੀ। ਉਹ ਕਥਾ ਸਮੇਂ ਨਾਲ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਸੁਖ ਭੰਜਨ ਗੁਣਤਾ। ਹੈ ਸੰਗੀ ਹੈ ਨਿਰੰਕਾਰ, हे निर्गुण सब टेक। हे गोबिंद हे गुण निधान, जाके सदा विवेक। हे अपरंपर हर हरे, कह भी होवन हार। हे संतह क सदा संग, दारा आधार। हे ठाकुर हों दासरो, मैं निर्गुण गुण नहीं कोई। नानक दीजा नाम दान, राखो ही परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सोतरे पार। जो शरदा कर सेवंदे, पार उदाहरण हार। वाहिगुरु नाम जहाज है, चढ़े सोतरे पार। जो शरदा कर सेवंदे, पार उदाहरण हार। वाहिगुरु जी का खालसा, वाहिगुरु जी की फतेह।